ਆਇਆਂ ਤੋਂ ਧੰਨਵਾਦ ਦਿੰਦੇ ਹੋਏ, ਹਰੀ ਦੀ ਭੇਟ ਦਿੰਦੇ ਹੋਏ ਜੈ ਮਸੀਹ ਦੀ ਕਹਿੰਦਾ ਹਾਂ, ਸਲਾਮ ਪੇਸ਼ ਕਰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਤੇ ਆਸ਼ੀਸ਼ ਦੇਵੇ। ਔਰ ਹਿੰਦੀ ਵਿੱਚ ਬੋਲਾਂ ਜਾਂ ਪੰਜਾਬੀ ਦੇ ਵਿੱਚ, ਸਾਰੇ ਆਸਾਨੀ ਨਾਲ ਜਿੱਥੇ ਆਪਾਂ ਸਮਝ ਸਕਦੇ ਹਾਂ, ਕਿਉਂਕਿ ਹਿੰਦੀ ਔਰ ਉਰਦੂ ਸੇਮ ਬੜਾ ਮਿਕਸ ਹੋ ਜਾਂਦੇ ਨੇ, ਜਿਹਦੇ ਵਿੱਚ ਜਿਵੇਂ ਆਖੋ। ਜੀ नो प्रॉब्लम, ਤੁਸੀਂ ਬੋਲ ਸਕਦੇ मर्जी बोले जी पास्टर जी आप। ओके, थैंक यू। समझ आ जाएगी। सो खुदावंद दा बात करदा कि एक लंबे समय तो बाद फिर मैं अपने उसी प्लेटफार्म ਦੇ ਉੱਤੇ ਹਾਂ ਜਿੱਥੇ ਮੈਂ ਪਹਿਲਾਂ ਖੜਾ ਹੁੰਦਾ ਸੀ, ਬੈਠਾ ਹੁੰਦਾ ਸੀ, ਔਰ ਜਿੱਥੋਂ ਮੈਂ ਬਹੁਤ ਕੁਝ ਸਿੱਖਿਆ ਆਪਣੇ ਭੈਣ ਭਰਾਵਾਂ ਦੇ ਕੋਲੋਂ। ਪਰ ਅੱਜ ਦੇ ਦਿਨ ਦੇ ਵਿੱਚ ਮੈਂ ਸਮਝਦਾ ਸ਼ਾਇਦ ਮੇਰੇ ਵੱਲੋਂ ਹੀ ਕੋਈ ਮਿਸਟੇਕ ਹੋਈ ਹੋਵੇਗੀ, ਔਰ ਬਾਕੀਆਂ ਨੂੰ, ਕਿਉਂਕਿ ਖੁਦਾ ਦਾ ਕਲਾਮ ਵੀ ਸਾਨੂੰ ਕਹਿੰਦਾ ਦੋਸ਼ ਨਾ ਲਾਓ ਤੇ ਦੋਸ਼ ਨਹੀਂ ਲਾਇਆ ਜਾਏਗਾ, ਸਾਡੇ ਉੱਤੇ ਨਾ ਲੱਗੇਗਾ। ਮੈਨੂੰ ਨਹੀਂ ਪਤਾ, ਲੇਕਿਨ ਮੈਂ ਇਸੇ ਤਰੀਕੇ ਦੇ ਨਾਲ ਸੀ ਕਿ 26 ਤਰੀਕ ਦਾ ਮੈਸੇਜ ਹੈ ਔਰ ਮੈਂ ਘਰ ਤੋਂ ਬਹੁਤ ਦੂਰ ਹਾਂ, ਔਰ ਮੈਨੂੰ ਕੋਈ ਸਮਝ ਨਹੀਂ ਆ ਰਹੀ। ਅਚਾਨਕ ਭਾਈ ਬਖਸ਼ੀਸ਼ ਜੀ ਨੇ ਫੋਨ ਕੀਤਾ ਔਰ ਮੈਂ ਅਲੱਗ ਮੀਟਿੰਗ ਦੇ ਵਿੱਚ ਸੀ, ਪਾਸਟਰ ਨਦੀਮ ਜੀ ਦੀ ਮੀਟਿੰਗ ਦੇ ਨਾਲ ਅਟੈਚ ਦੇ ਵਿੱਚ ਸੀ, ਔਰ ਸਮਾਂ ਸੀ ਉਸ ਵੇਲੇ ਦੁਆ ਦਾ। ਔਰ ਫਿਰ ਮੈਂ ਫੜਦੇ ਨੇ ਉਹਨੂੰ ਕਲੋਜ਼ ਕੀਤਾ, ਆਫਲਾਈਨ ਹੋਇਆ ਔਰ ਫਿਰ ਦੁਬਾਰਾ ਇੱਧਰ ਅਟੈਚ ਹੋਇਆ। ਲੇਕਿਨ ਇਹ ਖੁਦਾਵੰਦ ਦੀ ਕੋਈ ਯੋਜਨਾ ਹੈ, ਜੇ ਯੋਜਨਾ ਹੈ ਤੇ ਮੈਂ ਸਮਝਦਾ ਕਿ ਉਹਦੀ ਯੋਜਨਾ ਜਿਹੜੀ ਹੁੰਦੀ ਹੈ ਸਾਡੀ ਸਮਝ ਤੋਂ ਬੜੀ ਹੀ ਪਰੇ ਹੁੰਦੀ ਹੈ, ਕਿਉਂਕਿ ਜੇ ਸਾਨੂੰ ਸਮਝ ਆ ਜਾਏ ਤਾਂ ਫਿਰ ਖੁਦਾ ਔਰ ਸਾਡੇ ਵਿੱਚ ਕੋਈ ਫਰਕ ਨਹੀਂ ਹੈ। ਲੇਕਿਨ ਖੁਦਾਵੰਦ ਦਾ ਸ਼ੁਕਰ ਕਰਦਾ ਕਿ ਉਹਨੇ ਫਿਰ ਮੈਨੂੰ ਸਮਾਂ ਦੇ ਦਿੱਤਾ ਕਿ ਮੈਂ ਆਪ ਜੀ ਦੇ ਸਨਮੁਖ ਆ ਸਕਿਆ। ਸੋ ਖੁਦਾਵੰਦ ਆਪ ਜੀ ਨੂੰ ਬੜੀ ਬਰਕਤ ਔਰ ਆਸ਼ੀਸ਼ ਦੇਵੇ। ਔਰ ਆਪਾਂ ਅੱਜ ਦੇ ਦਿਨ ਦੇ ਵਿੱਚ ਭਾਈ ਬਖਸ਼ੀਸ਼ ਜੀ, ਪਾਸਟਰ ਅਪੋਸਟਲ ਬਲਵਿੰਦਰ ਜੀ, ਭੈਣ ਅਕਸ਼ਾ ਔਰ ਜਿੰਨੇ ਵੀ ਰੱਬ ਦੇ ਦਾਸ ਦਾਸੀਆਂ ਨੇ, ਉਹਨਾਂ ਦੇ ਨਾਲ ਮਿਲ ਕੇ ਖੁਦਾ ਦੀ ਤਾਰੀਫ ਦੇ ਵਿੱਚ, ਖੁਦਾ ਦੇ ਕਲਾਮ ਦੇ ਵਿੱਚੋਂ ਆਪਾਂ ਕੁਝ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਖੁਦ ਵੀ ਸਿੱਖਣ ਦੀ ਕੋਸ਼ਿਸ਼ ਕਰਦਾ ਤੇ ਅੱਜ ਮੈਂ ਸਮਝਦਾ ਹਾਂ ਕਿ ਇਹ ਕਲਾਮ ਜੋ ਕੁਝ ਦਿਨ ਪਹਿਲਾਂ ਹੀ ਮੈਂ ਅਲੱਗ ਮੀਟਿੰਗ ਦੇ ਵਿੱਚ ਕੀਤਾ ਸੀ, ਉਸ ਦੇ ਉੱਤੇ ਫਿਰ ਮਨਨ ਕਰਦੇ ਖੁਦਾਵੰਦ ਨੇ ਫਿਰ ਮੋੜ ਕੇ ਉਸੇ ਜਗ੍ਹਾ ਲੈ ਆਂਦਾ ਹੈ ਕਿ ਮੈਂ ਉਸ ਨੂੰ ਆਪ ਜੀ ਦੇ ਨਾਲ ਸਾਂਝਾ ਕਰ ਸਕਾਂ। ਸੋ ਖੁਦਾ ਤੁਹਾਡੇ ਸਾਥ ਹੋਵੇ ਔਰ ਮੇਰੇ ਵੀ ਸਾਥ ਹੋਵੇ। ਆਪਾਂ ਅੱਜ ਦਾ ਜੋ ਕਲਾਮ ਦੇਖਦੇ ਹਾਂ ਉਹਦੇ ਵਿੱਚ ਮੇਰਾ ਵਿਸ਼ਾ ਹੋਏਗਾ ਖੁਦਾ ਦੀ ਬੁਲਾਹਟ, ਔਰ ਇਹਦੇ ਵਿੱਚ ਮੈਂ ਤਕਰੀਬਨ 6 ਮੇਰੇ ਪੁਆਇੰਟ ਨੇ, ਔਰ ਬੀਤੇ ਦਿਨਾਂ ਦੇ ਵਿੱਚ ਵੀ ਮੈਂ ਖੁਦਾ ਦੇ ਕੋਲੋਂ ਮੰਗ ਰਿਹਾ ਸੀ, ਖੁਦਾ ਮੈਨੂੰ ਦੇ ਰਿਹਾ ਸੀ, ਔਰ ਅੱਜ ਵੀ ਮੈਂ ਉਹਨਾਂ ਪੁਆਇੰਟਾਂ ਦੇ ਉੱਤੇ ਗੱਲ ਕਰਾਂਗਾ ਆਪ ਜੀ ਦੇ ਨਾਲ, ਔਰ ਤੁਹਾਡੇ ਕੋਲੋਂ ਵੀ ਬਹੁਤ ਕੁਝ ਸਿੱਖਾਂਗਾ। ਔਰ ਖੁਦਾ ਦੇ ਕਲਾਮ ਕੋਲੋਂ ਆਪਾਂ ਸਾਰੇ ਹੀ ਸਿੱਖਦੇ ਹਾਂ। ਮੈਂ ਇਹ ਨਹੀਂ ਕਹਾਂਗਾ ਕਿ ਮੈਂ ਸਿਖਾਵਾਂਗਾ, ਕਿਉਂਕਿ ਸਿਖਾਉਣ ਵਾਲਾ, ਸਮਝਾਉਣ ਵਾਲਾ ਸਾਡਾ ਖੁਦਾਵੰਦ ਮਸੀਹ ਯਸੂ ਹੈ, ਪਾਕ ਰੂਹ ਹੈ। ਤੋ ਪ੍ਰਭੂ ਤੁਹਾਨੂੰ ਬੜੀ ਬਰਕਤ ਤੇ ਆਸ਼ੀਸ਼ ਦੇਵੇ। ਤੇ ਯਹੋਸ਼ੂਆ ਦੀ ਕਿਤਾਬ ਉਹਦੇ 1 ਅਧਿਆਏ ਉਹਦੀ 6 ਤੋਂ 9 ਆਇਤ ਤੱਕ ਅਸੀਂ ਪੜ੍ਹਦੇ ਹਾਂ ਜੀ। ਬੇਟੀ ਵਰੋਨਿਕਾ ਦੇ ਨਾਲ ਮਿਲ ਕੇ ਪੜ੍ਹ ਸਕਦੇ ਹਾਂ। ਤਕੜਾ ਹੋ ਅਤੇ ਹੌਸਲਾ ਰੱਖ, ਕਿਉਂ ਜੋ ਇਹ ਦੇਸ਼ ਜਿਹਦੀ ਮੈਂ ਇਹਨਾਂ ਦੇ ਪਿਓ ਦਾਦਿਆਂ ਨੂੰ ਦੇਣ ਦੀ ਸਹੁੰ ਖਾਧੀ ਹੈ, ਤੂੰ ਇਹਨਾਂ ਲੋਕਾਂ ਨੂੰ ਮਿਲਕ ਲਈ ਦੁਆਵੇਂਗਾ। ਤੂੰ ਨਿਰਾ ਤਕੜਾ ਹੋ ਅਤੇ ਵੱਡਾ ਹੌਸਲਾ ਰੱਖ, ਤਾਂ ਜੋ ਤੂੰ ਉਸ ਸਾਰੀ ਵਿਵਸਥਾ ਅਨੁਸਾਰ ਜਿਸ ਦਾ ਮੇਰੇ ਦਾਸ ਨੇ ਤੈਨੂੰ ਹੁਕਮ ਦਿੱਤਾ, ਪਾਲਣਾ ਕਰਕੇ ਪੂਰਾ ਕਰੇ। ਉਸ ਤੋਂ ਸੱਜੇ ਅਥਵਾ ਖੱਬੇ ਨਾ ਮੁੜੇ, ਤਾਂ ਜੋ ਤੂੰ ਜਿੱਥੇ ਜਾਵੇਂ ਤੇਰਾ ਬੋਲ ਬਾਲਾ ਹੋਵੇ। ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ, ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ, ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ ਤੇ ਉਸ ਨੂੰ ਪੂਰਾ ਕਰੇ। ਤਾਂ ਤੂੰ ਆਪਣੇ ਮਾਰਗ ਨੂੰ ਸਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ। ਕਿ ਮੈਂ ਤੈਨੂੰ ਹੁਕਮ ਨਹੀਂ ਦਿੱਤਾ, ਭਈ ਤਕੜਾ ਹੋ ਅਤੇ ਹੌਸਲਾ ਰੱਖ, ਨਾ ਕੰਬ ਅਤੇ ਨਾ ਘਾਬਰ, ਕਿਉਂ ਜੋ ਯਹੋਵਾ ਤੇਰਾ ਪਰਮੇਸ਼ਵਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ। ਇਸ ਵਚਨ ਦੇ ਪੜ੍ਹੇ ਤੇ ਸੁਣੇ ਜਾਂਦੇ ਪਰਮੇਸ਼ਵਰ ਆਪ ਸਭ ਨੂੰ ਆਸ਼ੀਸ਼ ਤੇ ਬਰਕਤ ਦੇਵੇ। ਆਮੀਨ, ਆਮੀਨ। ਸੋ ਖੁਦਾਵੰਦ ਦੇ ਅਜ਼ੀਜ਼ੋ, ਖੁਦਾ ਦੀ ਜੋ ਆਪਾਂ
ਕਲਾਮ ਦੇ ਵਿੱਚੋਂ ਆਇਤਾਂ ਨੂੰ ਪੜ੍ਹਿਆ ਹੈ। ਆਈਏ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਸਿਰਾਂ ਨੂੰ ਝੁਕਾਈਏ ਕਿ ਛੋਟੀ ਜਿਹੀ ਦੁਆ ਦੇ ਵਿੱਚ ਆਵਾਂਗੇ। ਮੇਰੇ ਮਹਾਨ ਪਿਤਾ ਪ੍ਰਭੂ ਦਇਆਵਾਨ ਪਰਮੇਸ਼ਵਰ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ, ਸ਼ੁਕਰਗੁਜ਼ਾਰ ਹਾਂ ਅੱਜ ਦੀ ਅੱਛੀ ਤੇ ਖੂਬਸੂਰਤ ਸ਼ਾਮ ਦੇ ਲਈ ਮੇਰੇ ਪਰਮੇਸ਼ਵਰ, ਤੇਰੇ ਵੱਡੇ ਤੇ ਅਚੰਭੇ ਕੰਮਾਂ ਦੇ ਲਈ ਮੇਰੇ ਖੁਦਾਵੰਦ। ਤੂੰ ਅਦਭੁਤ ਕਾਰਜ ਕਰਦਾ ਹੈ ਤੇ ਅੱਜ ਦੀ ਸ਼ਾਮ ਤੂੰ ਮੇਰੀ ਜ਼ਿੰਦਗੀ ਦੇ ਵਿੱਚ ਤੇ ਆਪਣੇ ਲੋਕਾਂ ਦੀ ਜ਼ਿੰਦਗੀ 'ਚ ਵੀ ਵੱਡਾ ਤੇ ਅਚੰਭਾ ਕੰਮ ਕਰ ਮੇਰੇ ਪਰਮੇਸ਼ਵਰ। ਤੇ ਖੁਦਾਵੰਦ ਤੂੰ ਮੈਨੂੰ ਸੰਭਾਲ, ਪਵਿੱਤਰ ਆਤਮਾ ਮੇਰੀ ਹੋਂਠਾਂ ਦਾ, ਮੇਰੀ ਜ਼ੁਬਾਨ ਦਾ ਜ਼ਿੰਮਾ ਲੈ ਤੇ ਤੇਰੇ ਕਲਾਮ ਦੀਆਂ ਜੋ ਵੀ ਗੱਲਾਂ ਸ਼ੇਅਰ ਕੀਤੀਆਂ ਜਾਣ ਮੇਰੇ ਪਰਮੇਸ਼ਵਰ ਤੇਰੀ ਤਰਫੋਂ ਹੋਣ। ਪ੍ਰਭੂ ਯਿਸੂ ਦੇ ਨਾਮ 'ਚ ਦੁਆ ਮੰਗਦਾ, ਆਮੀਨ। ਹਾਲੇਲੂਇਆ। ਸੋ ਅਸੀਂ ਇਸ ਸਮੇਂ ਯਹੋਸ਼ੂਆ ਦੀ हालेलुया। ਹਾਲੇਲੂਇਆ, ਥੈਂਕ ਯੂ। ਸੋ ਯਹੋਸ਼ੂਆ ਦੀ ਕਿਤਾਬ ਦੇ ਵਿੱਚੋਂ ਅਸੀਂ ਜਦੋਂ ਇਸ ਆਇਤਾਂ ਨੂੰ ਪੜ੍ਹਦੇ ਹਾਂ ਤੇ ਇਹਨਾਂ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਨੇ, ਜਿਨ੍ਹਾਂ ਨੂੰ ਕਿ ਆਪ ਸਾਰੇ ਹੀ ਰੱਬ ਦੇ ਦਾਸ ਤੇ ਦਾਸੀਆਂ ਤੇ ਜਿੰਨੇ ਵੀ ਮੇਰੇ ਭੈਣ ਭਰਾ ਸੁਣਨ ਵਾਲੇ ਨੇ, ਔਰ ਹੋ ਸਕਦਾ ਕੋਈ ਇੰਗਲਿਸ਼ ਵਾਲਾ ਹੋਵੇ, ਕੋਈ ਹਿੰਦੀ ਵਾਲਾ ਹੋਵੇ ਜਾਂ ਅਦਰਸ ਲੈਂਗੁਏਜ ਵਾਲਾ ਹੋਵੇ, ਸਾਰੇ ਹੀ ਸਮਝ ਸਕਦੇ ਨੇ। ਸੋ ਅਲੱਗ-ਅਲੱਗ ਤਰੀਕੇ ਦੇ ਨਾਲ ਖੁਦਾ ਨੇ ਸਾਡੇ ਨਾਲ ਸਾਰਿਆਂ ਨਾਲ ਗੱਲ ਕੀਤੀ ਹੋਏਗੀ, ਪਰ ਮੇਰੇ ਨਾਲ ਜੋ ਬੀਤੇ ਸਮੇਂ ਦੇ ਵਿੱਚ ਖੁਦਾ ਨੇ ਗੱਲ ਕੀਤੀ, ਮੈਂ ਉਹਨਾਂ ਗੱਲਾਂ ਨੂੰ ਆਪਣੇ ਨਾਲ ਔਰ ਆਪਣੀ ਫੈਮਿਲੀ ਦੇ ਨਾਲ, ਇਸੇ ਤਰ੍ਹਾਂ ਆਪ ਸਭ ਦੇ ਨਾਲ ਜੋ ਇੱਕ ਵੱਡਾ ਖਾਨਦਾਨ ਹੈ ਸਾਡਾ, ਮੈਂ ਉਹਨਾਂ ਦੇ ਨਾਲ ਸ਼ੇਅਰ ਕਰਦਾ ਹਾਂ ਕਿ ਇਹਦੇ ਵਿੱਚ ਮੈਂ 6 ਪੁਆਇੰਟ ਜੋ ਪਰਮੇਸ਼ਵਰ ਨੇ ਮੈਨੂੰ ਦਿਖਾਏ ਔਰ ਜੋ ਮੈਨੂੰ ਮਹਿਸੂਸ ਹੋਏ, ਜੋ ਮੈਂ ਨੋਟਿਸ ਦੇ ਵਿੱਚ ਲਿਆਂਦੇ, ਉਹਨਾਂ ਦੇ ਉੱਤੇ ਅੱਜ ਗੱਲ ਕਰਨ ਜਾ ਰਹੇ ਹਾਂ। ਸੋ ਖੁਦਾ ਬੜਾ ਹੀ ਭਲਾ ਤੇ ਪਿਆਰਾ ਪਰਮੇਸ਼ਵਰ ਹੈ। ਅਸੀਂ ਬੇਸ਼ੱਕ ਯਹੋਸ਼ੂਆ ਦੀ ਕਿਤਾਬ ਦੇ ਵਿੱਚੋਂ ਪੜ੍ਹਿਆ ਹੈ, ਪਰ ਇਹਨਾਂ ਗੱਲਾਂ ਤੇ ਮੰਨਣ ਕਰਦੇ ਹੋਏ ਇਹ ਸੇਵਕਾਈ ਦੇ ਵਾਸਤੇ, ਸੇਵਕਾਵਾਂ ਦੇ ਵਿੱਚ ਜਿੰਨੀਆਂ ਮੁਸ਼ਕਲਾਤਾਂ ਆਉਂਦੀਆਂ ਨੇ, ਜਿੰਨੀਆਂ ਖੁਦਾ ਦੇ ਦਾਸਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਨੇ, ਤੇ ਉਹ ਉਹਨਾਂ ਪਰੇਸ਼ਾਨੀਆਂ ਤੋਂ ਕਿਵੇਂ ਉੱਭਰ ਸਕਦੇ ਨੇ, ਉਹਨਾਂ ਦੇ ਵਾਸਤੇ ਅੱਜ ਦਾ ਇਹ ਕਲਾਮ ਹੋਏਗਾ। ਔਰ ਮੈਂ ਇਸ ਨੂੰ ਆਪਣੀ ਜ਼ਿੰਦਗੀ 'ਚ ਹੁਣੇ ਜਿਵੇਂ ਕਿ ਮੇਰੇ ਬ੍ਰਦਰ ਭਾਈ ਬਖਸ਼ੀਸ਼ ਜੀ ਨੇ ਮੈਨੂੰ ਕਾਲ ਕੀਤੀ ਜਦੋਂ, ਮੈਂ ਇੱਕਦਮ ਅਚੰਭਾ ਹੋ ਗਿਆ। ਮੈਂ ਜਾਨੀ ਮੈਨੂੰ ਕੁਛ ਸਮਝ ਨਹੀਂ ਆ ਰਹੀ ਸੀ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਅੱਜ ਦਾ ਕਲਾਮ ਤੁਹਾਡਾ ਹੈ। ਮੈਂ ਕਿਹਾ ਬ੍ਰਦਰ ਜੀ ਮੇਰਾ ਕਲਾਮ 26 ਤਰੀਕ ਦਾ ਹੈ। ਤਾਂ ਮੈਂ ਅਚਾਨਕ ਖੁਦਾ ਦੀ ਹਜ਼ੂਰੀ 'ਚ ਮੈਂ ਕਿਹਾ ਪ੍ਰਭੂ ਇਹ ਕੀ ਹੋ ਰਿਹਾ? ਤਾਂ ਪਰਮੇਸ਼ਰ ਨੇ ਮੈਨੂੰ ਦੱਸਿਆ ਕਿ ਇਹੀ ਉਹ ਗੱਲਾਂ ਨੇ ਜਿਨ੍ਹਾਂ ਵਿੱਚੋਂ ਇੱਕ ਗੱਲ ਤੁਹਾਡੇ ਤੇ ਵੀ ਲਾਗੂ ਹੁੰਦੀ ਹੈ, ਜਾਨੀ ਮੇਰੇ ਤੇ ਲਾਗੂ ਹੁੰਦੀ ਹੈ ਕਿ ਸਾਨੂੰ ਨਾ ਡਰਨ ਦੀ, ਨਾ ਘਬਰਾਉਣ ਦੀ ਤੇ ਨਾ ਹੀ ਪਿੱਛੇ ਹਟਣ ਦੀ ਜ਼ਰੂਰਤ ਹੈ, ਬਲਕਿ ਹਮੇਸ਼ਾ ਖੁਦਾਵੰਦ ਦੇ ਲਈ ਤਤਪਰ ਰਹਿਣ ਦੀ ਤੇ ਖੁਦਾ ਦੀ ਹਜ਼ੂਰੀ ਵਿੱਚ ਅੱਗੇ ਵਧਣ ਦੀ ਜ਼ਰੂਰਤ ਹੈ। ਖੁਦਾਵੰਦ ਦੇ ਅਜ਼ੀਜ਼ੋ, ਐਨ ਵਕਤ ਦੇ ਉੱਤੇ ਇੱਕ ਜਗ੍ਹਾ ਮੈਂ ਪ੍ਰਾਰਥਨਾ ਦੇ ਲਈ ਮੌਜੂਦ ਹੋਣਾ ਸੀ ਔਰ ਉਸੇ ਘੜੀ ਮੈਂ ਦੂਸਰੀ ਜਗ੍ਹਾ ਤੇ ਪਹੁੰਚਿਆ। ਔਰ ਮੈਂ ਖੁਦਾ ਦਾ ਸ਼ੁਕਰ ਕਰਦਾ ਕਿ ਖੁਦਾ ਬੜਾ ਹੀ ਪਿਆਰਾ ਹੈ, ਸਾਡੀਆਂ ਜੋ ਗਲਤੀਆਂ ਤੇ ਖਤਾਵਾਂ ਹੁੰਦੀਆਂ ਉਹਨਾਂ ਨੂੰ ਮਾਫ ਕਰਦਾ ਤੇ ਸਾਨੂੰ ਬਰਕਤ ਤੇ ਆਸ਼ੀਸ਼ ਦਿੰਦਾ ਤੇ ਸਾਡੇ ਮੂੰਹਾਂ ਚੋਂ ਨਿਕਲੀਆਂ ਗੱਲਾਂ ਦਾ ਪਰਮੇਸ਼ਵਰ ਵੱਡਾ ਹੀ ਉੱਤਰ ਸਾਨੂੰ ਦਿੰਦਾ ਹੈ। ਔਰ 6 ਗੱਲਾਂ ਜਿਹੜੀਆਂ ਹੈਗੀਆਂ ਉਹ ਯਰਮੀਆ ਨਬੀ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ, ਯਰਮੀਆ ਨਬੀ ਦੀ ਜੋ ਸੇਵਕਾਈ ਸੀ ਉਹਦੇ ਵਿੱਚ ਵੇਖਦੇ ਹਾਂ, ਯਰਮੀਆ ਨਬੀ ਦੀ ਜ਼ਿੰਦਗੀ ਦੇ ਵਿੱਚ ਜੋ ਹੋ ਸਕੀਆਂ ਉਹਨਾਂ ਵੱਲ ਅਸੀਂ ਜਦੋਂ ਵੇਖਦੇ ਹਾਂ ਤੇ ਉਹ 6 ਗੱਲਾਂ ਇਹੋ ਜਿਹੀਆਂ ਨੇ, ਉਹ 6 ਰੁਕਾਵਟਾਂ ਇਹੋ ਜਿਹੀਆਂ ਨੇ ਜੋ ਉਹਦੀ ਸੇਵਕਾਈ ਦੇ ਵਿੱਚ ਉਹਦੇ ਸਾਹਮਣਾ ਕਰਨਾ ਪੈ ਗਿਆ। ਤੇ ਅੱਜ ਤੁਸੀਂ ਤੇ ਮੈਂ ਜੋ ਖੁਦਾ ਦੇ ਦਾਸ ਤੇ ਦਾਸੀਆਂ ਨੇ, ਸਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਜਦੋਂ ਸਾਹਮਣੇ ਆਉਂਦੀਆਂ ਨੇ, ਅਸੀਂ ਕਦੀ ਘਬਰਾ ਵੀ ਜਾਂਦੇ ਹਾਂ, ਅਸੀਂ ਕਦੀ ਮਾਯੂਸ ਹੋ ਜਾਂਦੇ ਹਾਂ, ਅਸੀਂ ਕਦੀ ਆਪਣੇ ਆਪ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਲੇਕਿਨ ਖੁਦਾਵੰਦ ਦੇ ਅਜ਼ੀਜ਼ੋ, ਖੁਦਾ ਦਾ ਕਲਾਮ ਸਾਨੂੰ ਹਰ ਘੜੀ ਤਰੋਤਾਜ਼ਗੀ ਦਿੰਦਾ ਹੈ, ਹਰ ਘੜੀ ਸਾਨੂੰ ਹਿੰਮਤ ਦਿੰਦਾ ਹੈ, ਹਰ ਘੜੀ ਸਾਨੂੰ ਅਗਾਂਹ ਵਧਣ ਦੇ ਲਈ ਸਾਡੇ ਨਾਲ ਖੜਾ ਹੋ ਜਾਂਦਾ ਹੈ। ਅੱਜ ਜਿੰਨੇ ਰੱਬ ਦੇ ਦਾਸ ਤੇ ਦਾਸੀਆਂ ਸਾਡੇ ਨਾਲ ਨੇ, ਇਹ ਕਲਾਮ ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਲਈ ਇੱਕ ਬਿਹਤਰੀ ਦਾ ਕਾਰਨ ਹੋਏਗਾ, ਮੈਂ ਵਿਸ਼ਵਾਸ ਕਰਦਾ ਹਾਂ। ਯਰਮੀਆ ਨਬੀ ਦੀ ਸੇਵਕਾਈ ਦੇ ਖਿਲਾਫ ਜੋ ਲੋਕ ਖੜੇ ਹੋਏ, ਅੱਜ ਤੁਹਾਡੀ ਤੇ ਮੇਰੀ ਜ਼ਿੰਦਗੀ ਦੇ ਖਿਲਾਫ ਉਹ ਲੋਕ ਸੱਚਮੁੱਚ ਬੇਸ਼ੱਕ ਨਵੀਂ ਸੇਵਕਾਈ ਹੈ, ਮੱਧ ਦੇ ਵਿੱਚ ਪਹੁੰਚ ਚੁੱਕੇ ਆ, ਅਖੀਰ ਦੇ ਵਿੱਚ ਪਹੁੰਚ ਚੁੱਕੇ ਆ, ਪਰ ਉਹ ਲੋਕ ਸਾਡੀ ਸੇਵਕਾਈ ਦੇ ਦੌਰਾਨ ਸਾਡੇ ਸਾਹਮਣੇ ਖੜੇ ਹੋ ਗਏ ਨੇ। ਲੇਕਿਨ ਮੈਂ ਖੁਦਾਵੰਦ ਦਾ ਸ਼ੁਕਰ ਕਰਦਾ ਕਿ ਖੁਦਾਵੰਦ ਨੇ ਆਪ ਜੀ ਦੀ ਔਰ ਮੇਰੀ ਜ਼ਿੰਦਗੀ ਚੋਂ ਉਹਨਾਂ ਲੋਕਾਂ ਨੂੰ
ਅਲੱਗ ਕੀਤਾ ਤੇ ਸਾਨੂੰ ਹਿੰਮਤ ਤੇ ਤਾਕਤ ਦੇ ਦਿੱਤੀ ਹੈ। ਜਦੋਂ ਯਰਮੀਆ ਨਬੀ ਦੀ ਜ਼ਿੰਦਗੀ ਬਾਰੇ ਅਸੀਂ ਦੇਖਦੇ ਹਾਂ ਤੇ 6 ਤਰ੍ਹਾਂ ਦੇ ਲੋਕ ਉਹਦੇ ਸਾਹਮਣੇ ਖੜੇ ਹੋ ਗਏ। ਉਹਦੇ ਜਿਹੜੇ ਲੋਕ ਸੀਗੇ ਇਹੋ ਜਿਹੇ ਲੋਕ ਸੀਗੇ ਜਿਨ੍ਹਾਂ ਤੇ ਕਦੀ ਉਸਨੇ ਸੋਚਿਆ ਵੀ ਨਹੀਂ ਸੀ ਕਿ ਇਹ ਲੋਕ ਮੇਰੇ ਖਿਲਾਫ ਖੜੇ ਹੋ ਸਕਦੇ ਨੇ। ਮੈਂ ਮੋਟੇ ਤਰੀਕੇ ਦੇ ਨਾਲ ਆਪ ਨੂੰ ਪਹਿਲੇ 6 ਉਹਨਾਂ ਲੋਕਾਂ ਦੇ ਬਾਰੇ ਜਾਣਕਾਰੀ ਦੇਵਾਂਗਾ ਤੇ ਫਿਰ ਅਸੀਂ ਤਫਸੀਲ ਦੇ ਨਾਲ ਉਹਦੇ ਵਿੱਚ ਪਹੁੰਚ ਸਕਾਂਗੇ। ਨੰਬਰ 1 ਤੇ ਉਹਦੇ ਮਿੱਤਰ ਤੇ ਯਾਰ ਦੋਸਤ ਜਿੰਨੇ ਸੀਗੇ ਉਹਦੀ ਸੇਵਕਾਈ ਦੇ ਆੜੇ ਆ ਗਏ। ਉਸ ਸਮੇਂ ਦੇ ਜੋ ਜਾਜਕ ਲੋਕ ਸੀ ਉਹ ਉਹਦੀ ਸੇਵਕਾਈ ਦੇ ਦੌਰਾਨ ਆ ਗਏ, ਇੱਕ ਅੜਿੱਕਾ ਬਣ ਗਏ ਤੇ ਜਿੰਨੇ ਸਾਰੇ ਲੋਕ ਸੀ ਉਸ ਏਰੀਏ ਦੇ ਉਹ ਸਾਰੇ ਉਹਦੀ ਸੇਵਕਾਈ ਦੇ ਦਰਮਿਆਨ ਇੱਕ ਅੜਿੱਕਾ ਬਣ ਕੇ ਆ ਗਏ। ਤੇ ਜੋ ਉਸ ਸਮੇਂ ਦਾ ਸ਼ਾਸਨ ਸੀ, ਜੋ ਰਾਜੇ ਸੀ ਉਹ ਵੀ ਉਹਦੀ ਸੇਵਕਾਈ ਦੇ ਖਿਲਾਫ ਖੜੇ ਹੋ ਗਏ। ਔਰ ਇਸ ਤੋਂ ਵੀ ਵੱਧ ਖੁਦਾਵੰਦ ਦੇ ਅਜ਼ੀਜ਼ੋ ਉਹਦੇ ਕਬੀਲੇ ਦੇ ਆਪਣੇ ਲੋਕ ਜਿਨ੍ਹਾਂ ਤੇ ਬਹੁਤ ਜ਼ਿਆਦਾ ਸਾਨੂੰ ਭਰੋਸਾ ਹੁੰਦਾ ਹੈ ਉਹ ਵੀ ਉਹਦੀ ਸੇਵਕਾਈ ਦੇ ਖਿਲਾਫ ਹੋ ਗਏ। ਔਰ ਇਸ ਤੋਂ ਵੀ ਵੱਧ ਜਿਨ੍ਹਾਂ ਤੇ ਅਸੀਂ ਕਦੀ ਵੀ ਸੋਚ ਹੀ ਨਹੀਂ ਸਕਦੇ ਉਹਦੇ ਆਪਣੇ ਹੀ ਘਰ ਦੇ ਪੁਆਇੰਟ ਨੰਬਰ 6 ਉਹਦੇ ਆਪਣੇ ਹੀ ਪਰਿਵਾਰ ਦੇ ਲੋਕ ਉਹਦੇ ਖਿਲਾਫ ਹੋ ਗਏ। ਇਹ 6 ਪੁਆਇੰਟ ਨੇ ਜੋ ਯਰਮੀਆ ਨਬੀ ਦੇ ਖਿਲਾਫ ਹੋ ਗਏ, ਉਹਦੀ ਸੇਵਕਾਈ ਦੇ ਖਿਲਾਫ ਹੋ ਗਏ। ਅੱਜ ਤੁਸੀਂ ਤੇ ਮੈਂ ਰੱਬ ਦੀ ਸੇਵਾ ਦੇ ਲਈ ਅੱਗੇ ਆਪਣੇ ਆਪ ਨੂੰ ਸਮਰਪਣ ਕੀਤਾ ਹੈ ਤੇ ਸਾਡੀ ਜ਼ਿੰਦਗੀਆਂ ਦੇ ਵਿੱਚ ਵੀ ਇਹ ਲੋਕ ਖੜੇ ਹੋ ਜਾਂਦੇ ਨੇ। ਹਾਲੇਲੂਇਆ। ਸੋ ਖੁਦਾ ਸਾਨੂੰ ਇਹਨਾਂ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਸਾਡੀ ਬੜੀ ਹੀ ਮਦਦ ਤੇ ਸਹਾਇਤਾ ਕਰਦਾ ਹੈ। ਅਗਰ ਅਸੀਂ ਪੁਆਇੰਟ ਨੰਬਰ 1 ਯਹੋਸ਼ੂਆ ਦੀ ਪੱਤਰੀ ਦੇ ਵਿੱਚੋਂ ਦੇਖਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਹੈ, ਜੀ ਪੜ੍ਹੀਏ। ਤਕੜਾ ਹੋ ਅਤੇ ਹੌਸਲਾ ਰੱਖ, ਕਿਉਂ ਜੋ ਇਹ ਦੇਸ਼ ਜਿਹਦੀ ਮੈਂ ਇਹਨਾਂ ਦੇ ਪਿਓ ਦਾਦਿਆਂ ਨੂੰ ਦੇਣ ਦੀ ਸਹੁੰ ਖਾਧੀ ਹੈ, ਤੂੰ ਇਹਨਾਂ ਲੋਕਾਂ ਨੂੰ ਮਿਲਤ ਲਈ ਦੁਆਵੇਂਗਾ। ਹਾਲੇਲੂਇਆ। ਪੁਆਇੰਟ ਨੰਬਰ 1 ਮੇਰੇ ਖੁਦਾਵੰਦ ਦੇ ਅਜ਼ੀਜ਼ੋ, ਮੇਰੇ ਭੈਣ ਤੇ ਭਰਾਵੋ, ਦਾਸ ਤੇ ਦਾਸੀਓ, ਖੁਦਾਵੰਦ ਸਭ ਤੋਂ ਪਹਿਲਾਂ ਸਾਨੂੰ ਕਹਿੰਦਾ ਹੈ ਸਾਨੂੰ ਤਕੜੇ ਹੋਣ ਦੀ ਜ਼ਰੂਰਤ ਹੈ। ਅੱਗੇ ਮੈਦਾਨ ਦੇ ਵਿੱਚ ਅਸੀਂ ਕੋਈ ਜੰਗ ਲੜਨ ਦੇ ਲਈ ਜਾਂਦੇ ਹਾਂ, ਮੈਦਾਨ ਦੇ ਵਿੱਚ ਇੱਕ ਕੁਸ਼ਤੀ ਲੜਨ ਦੇ ਲਈ ਜਾਂਦੇ ਹਾਂ ਤੇ ਸਾਨੂੰ ਸਾਹਮਣੇ ਵਾਲੇ ਪਹਿਲਵਾਨ ਦੇ ਨਾਲੋਂ ਤਕੜਾ ਹੋਣ ਦੀ ਜ਼ਰੂਰਤ ਹੈ, ਤਾਂ ਹੀ ਅਸੀਂ ਉਹਦੇ ਤੇ ਫਤਹ ਪਾ ਸਕਦੇ ਹਾਂ। ਪਰ ਅਸੀਂ ਉੱਥੇ ਕਮਜ਼ੋਰ ਪੈ ਜਾਂਦੇ ਜਦੋਂ ਸਾਡਾ ਪਰਮੇਸ਼ਵਰ, ਸਾਡਾ ਖੁਦਾਵੰਦ ਉਹ ਸਾਨੂੰ ਹਮੇਸ਼ਾ ਕਹਿੰਦਾ ਹੈ ਕਿ ਸਾਨੂੰ ਤਕੜੇ ਹੋਣ ਦੀ ਜ਼ਰੂਰਤ ਹੈ, ਸਾਨੂੰ ਹਿੰਮਤ ਰੱਖਣ ਦੀ, ਕਿਉਂਕਿ ਕਮਜ਼ੋਰ ਜੋ ਹੈ ਉਹ ਖੁਦਾ ਦੀ ਸੇਵਾ ਨਹੀਂ ਕਰ ਸਕਦੇ। ਜੋ ਕਮਜ਼ੋਰ ਲੋਕ ਨੇ ਉਹ ਪਰਮੇਸ਼ਵਰ ਦੀ ਸੇਵਾ ਦੇ ਵਿੱਚ ਕਦੇ ਵੀ ਫਤਿਹਯਾਬ ਨਹੀਂ ਹੋ ਸਕਦੇ। ਪਰ ਅੱਜ ਤੁਸੀਂ ਤੇ ਮੈਂ ਅਗਰ ਇਸ ਜਗ੍ਹਾ ਮੌਜੂਦ ਹੈ ਤੇ ਖੁਦਾਵੰਦ ਦੀ ਸੇਵਾ ਦੇ ਲਈ ਆਪਣੇ ਆਪ ਨੂੰ ਸਮਰਪਣ ਕੀਤਾ ਹੈ, ਇਸ ਲਈ ਕਿਉਂਕਿ ਅਸੀਂ ਤਕੜੇ ਲੋਕ ਹਾਂ। ਅਸੀਂ ਗੁਮੰਡ ਕਰਦੇ ਆਪਣੇ ਯਹੋਵਾ ਪਰਮੇਸ਼ਵਰ ਤੇ, ਜਿਹਨੇ ਸਾਨੂੰ ਬਲ ਤੇ ਸਾਮਰਥ ਦਿੱਤੀ ਹੋਈ ਹੈ, ਤਾਂ ਹੀ ਅਸੀਂ ਤਕੜੇ ਹਾਂ ਤੇ ਅਸੀਂ ਖੁਦਾ ਦੀ ਸੇਵਾ ਦੇ ਲਈ ਅੱਗੇ ਵੱਧ ਰਹੇ ਹਾਂ। ਹਾਲੇਲੂਇਆ। ਮੈਂ ਸਮੇਂ ਨੂੰ ਬਹੁਤ ਹੀ ਮੱਦੇਨਜ਼ਰ ਰੱਖਾਂਗਾ ਔਰ ਉਹਦੇ ਵਿੱਚ ਹੀ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ। ਮਾਫ ਕਰਨਾ ਅਗਰ ਥੋੜਾ ਅੱਗੇ ਪਿੱਛੇ ਹੋ ਜਾਵਾਂ ਤਾਂ ਮੈਨੂੰ ਮਾਫ ਕਰ ਦੇਣਾ। ਔਰ ਦੂਸਰੇ ਨੰਬਰ ਤੇ ਅਸੀਂ ਜਦੋਂ ਅੱਗੇ ਚੱਲ ਕੇ ਦੇਖਦੇ ਹਾਂ 7 ਆਇਤ ਦੇ ਵਿੱਚ ਉਹਦੇ ਵਿੱਚ ਲਿਖਿਆ ਯਹੋਸ਼ੂਆ ਦੀ ਪੱਤਰੀ ਦੇ ਵਿੱਚ, ਹਾਂਜੀ, ਤੂੰ ਨਿਰਾ ਤਕੜਾ ਹੋ ਅਤੇ ਵੱਡਾ ਹੌਸਲਾ ਰੱਖ, ਤਾਂ ਜੋ ਤੂੰ ਸਾਰੀ ਵਿਵਸਥਾ ਅਨੁਸਾਰ ਜਿਸ ਦਾ ਮੇਰੇ ਦਾਸ ਮੂਸਾ ਨੇ ਤੈਨੂੰ ਹੁਕਮ ਦਿੱਤਾ ਹੈ ਪਾਲਣਾ ਕਰਕੇ ਪੂਰਾ ਕਰੇ, ਉਸ ਤੋਂ ਸੱਜੇ ਅਥਵਾ ਖੱਬੇ ਨਾ ਮੁੜੇ, ਤਾਂ ਜੋ ਤੂੰ ਜਿੱਥੇ ਜਾਵੇਂ ਤੇਰਾ ਬੋਲ ਬਾਲਾ ਹੋਵੇ। ਹਾਲੇਲੂਇਆ। ਪੁਆਇੰਟ ਨੰਬਰ ਮੇਰਾ 2 ਹੋਏਗਾ, ਉਹਦੇ ਵਿੱਚ ਹੈ ਕਿ ਸਾਨੂੰ ਆਪਣੀ ਸੇਵਕਾਈ ਦੇ ਨਾਲ ਨਾਲ, ਖੁਦਾਵੰਦ ਦੇ ਅਜ਼ੀਜ਼ੋ ਸਮਝੇ ਇਸ ਗੱਲ ਨੂੰ, ਆਪਣੀ ਸੇਵਕਾਈ ਜੋ ਕਲੀਸਿਆ, ਜੋ ਸਾਨੂੰ ਖੁਦਾਵੰਦ ਨੇ ਚਰਚ, ਜੋ ਸਾਨੂੰ ਇੱਕ ਏਰੀਆ ਦਿੱਤਾ ਹੈ, ਉਸ ਸੇਵਕਾਈ ਦੇ ਨਾਲ ਨਾਲ ਸਾਨੂੰ ਆਪਣੇ ਪਰਿਵਾਰ ਤੇ ਨਜ਼ਰ ਰੱਖਣੀ ਬਹੁਤ ਹੀ ਜ਼ਰੂਰੀ ਹੈ। ਅਗਰ ਅਸੀਂ ਆਪਣੀ ਸੇਵਕਾਈ ਤੇ ਨਜ਼ਰ ਨਹੀਂ ਰੱਖਦੇ, ਅਗਰ ਅਸੀਂ ਆਪਣੀ ਉਸ ਪਰਿਵਾਰ ਤੇ ਨਜ਼ਰ ਨਹੀਂ ਰੱਖਦੇ ਤਾਂ ਅਸੀਂ ਸੱਚਮੁੱਚ ਤਕੜੇ ਨਹੀਂ, ਅਸੀਂ ਕਮਜ਼ੋਰ ਹੋਵਾਂਗੇ ਕਿਤੇ ਨਾ ਕਿਤੇ। ਔਰ ਖੁਦਾ ਦਾ ਕਲਾਮ ਸਾਨੂੰ ਕਹਿੰਦਾ ਹੈ ਕਿ ਜੋ ਖੁਦਾਵੰਦ ਨੇ ਸਾਨੂੰ ਉਹ ਖਿਦਮਤ ਦਿੱਤੀ ਹੈ, ਸਾਨੂੰ ਉਹਦੇ ਵਿੱਚ ਅੱਗੇ ਵਧਣ ਦੀ ਜ਼ਰੂਰਤ ਹੈ। ਉਹ ਤੋਂ ਨਾ ਖੱਬੇ ਮੁੜਨ ਦੀ ਜ਼ਰੂਰਤ ਹੈ, ਨਾ ਸੱਜੇ ਮੁੜਨ ਦੀ ਜ਼ਰੂਰਤ ਹੈ, ਬਲਕਿ ਹਮੇਸ਼ਾ
खुदावन दी व्यवस्था ਦੇ ਅਨੁਸਾਰ ਸਾਨੂੰ ਅੱਗੇ ਚੱਲਣ ਦੀ ਜ਼ਰੂਰਤ ਕਿਉਂ ਕਿਉਂਕਿ ਉਦਾਹਰਨ ਦੇ ਤੌਰ ਤੇ ਅਸੀਂ ਅਗਰ ਕਲਾਮ ਦੇ ਵਿੱਚੋਂ ਦੇਖਦੇ ਹਾਂ ਬਾਈਬਲ ਬਿਆਨ ਕਰਦੀ ਹੈ ਏਲੀਆ ਇੱਕ ਬਹੁਤ ਹੀ ਖੁਦਾ ਦਾ ਚਹੇਤਾ ਬੰਦਾ ਏਲੀਆ ਇੱਕ ਐਸੀ ਸੇਵਕਾਈ ਕਰਨ ਵਾਲਾ ਖੁਦਾ ਦਾ ਬੰਦਾ ਜੋ ਸੱਚਮੁੱਚ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੱਚਾ ਸੀ ਲੇਕਿਨ ਉਹਨੇ ਆਪਣੇ ਪਰਿਵਾਰ ਦੇ ਉੱਤੇ ਧਿਆਨ ਨਹੀਂ ਦਿੱਤਾ ਅੱਜ ਤੁਸੀਂ ਤਾਂ ਮੈਂ ਸਾਡੀ ਦੌੜ ਲੱਗੀ ਹੋਈ ਹੈ ਕਿ ਅਸੀਂ ਵੱਡੀਆਂ ਵੱਡੀਆਂ ਕਲੀਸਿਆਵਾਂ ਨੂੰ ਤਿਆਰ ਕਰ ਲਈਏ ਵੱਡੇ ਵੱਡੇ ਰੁਤਬੇ ਹਾਸਲ ਕਰ ਲਈਏ ਵੱਡੀਆਂ ਵੱਡੀਆਂ ਜਮਾਤਾਂ ਵਿੱਚ ਠਹਿਰ ਜਾਈਏ ਪਰ ਕਦੀ ਅਸੀਂ ਆਪਣੇ ਪਰਿਵਾਰ ਨੂੰ ਮੁੱਢਲੀ ਜਿੱਥੋਂ ਸਿੱਖਿਆ ਸ਼ੁਰੂ ਹੁੰਦੀ ਹੈ ਉਹਦੇ ਵੱਲ ਸ਼ਾਇਦ ਕਿਤੇ ਅਸੀਂ ਅਣਗੌਲੀ ਕਰ ਜਾਵਾਂਗੇ ਤਾਂ ਖੁਦਾਵੰਦ ਦੇ ਅਜ਼ੀਜ਼ੋ ਜਿਵੇਂ ਏਲੀਆ ਦੀ ਜ਼ਿੰਦਗੀ ਦੇ ਵਿੱਚ ਹੋਇਆ ਖੁਦਾ ਨੇ ਖਿਦਮਤ ਤਾਂ ਉਹਨੂੰ ਬਹੁਤ ਦਿੱਤੀ ਲੇਕਿਨ ਉਹਦੇ ਆਪਣੇ ਬੱਚੇ ਜੋ ਨਲਾਇਕ ਨਿਕਲੇ ਆਪ ਖੁਦਾ ਦੇ ਕਲਾਮ ਨੂੰ ਬਹੁਤ ਹੀ ਸਪਸ਼ਟ ਤੇ ਵਧੀਆ ਤਰੀਕੇ ਨਾਲ ਜਾਣਦੇ ਕਿ ਕੀ ਹੋਇਆ ਇਸ ਲਈ ਖੁਦਾਵੰਦ ਦਾ ਕਹਿੰਦਾ ਨਾ ਖੱਬੇ ਤੇ ਨਾ ਸੱਜੇ ਮੁੜਨ ਦੀ ਜ਼ਰੂਰਤ ਹੈ ਤੇ ਸਾਨੂੰ ਉਹਨਾਂ ਸਾਰੇ ਹੁਕਮਾਂ ਦੀ ਕੀ ਕਰਨ ਦੀ ਜ਼ਰੂਰਤ ਹੈ ਪਾਲਣਾ ਕਰਨ ਦੀ ਜ਼ਰੂਰਤ ਹੈ ਜੇ ਨਵੇਂ ਆਇਤਨਾਮੇ ਦੇ ਵਿੱਚ ਅਸੀਂ ਦੇਖਦੇ ਹਾਂ ਤੇ ਉਹਦੇ ਵਿੱਚ ਵੀ ਖੁਦਾ ਦੇ ਕਲਾਮ ਨੇ ਖੁਦਾਵੰਦ ਮਸੀਹ ਯਿਸੂ ਨੇ ਕਿਹਾ ਕਿ ਇੱਕ ਅੱਛਾ ਸੇਵਕ ਆਪਣੇ ਘਰ ਦਾ ਇੰਤਜ਼ਾਮ ਕਰਨ ਵਾਲਾ ਇੰਤਜ਼ਾਮ ਦਾ ਮਤਲਬ ਇਹ ਨਹੀਂ ਰੋਜੀ ਰੋਟੀ ਚਾਹ ਪਾਣੀ ਦਾ ਇੰਤਜ਼ਾਮ ਦਾ ਮਤਲਬ ਕਿ ਉਹ ਆਪਣੇ ਪਰਿਵਾਰ ਨੂੰ ਅੱਛੀ ਸਿੱਖਿਆ ਦੇਣ ਵਾਲਾ ਸਾਡਾ ਪਰਿਵਾਰ ਕਿੱਥੇ ਹੈ ਕੀ ਉਹ ਮਸੀਹ ਦੇ ਨਾਲ ਚੱਲਣ ਡਿਆ ਕਿ ਮੈਂ ਮਸੀਹ ਦੇ ਨਾਲ ਮੇਰੀ ਛਵੀ ਉਹਨਾਂ ਦੇ ਵਿੱਚ ਨਜ਼ਰ ਆ ਰਹੀ ਹੈ ਇਹ ਸਾਨੂੰ ਦੇਖਣ ਦੀ ਜ਼ਰੂਰਤ ਹੈ ਹਾਲੇਲੂਇਆ ਔਰ ਇਹ ਅੱਜ ਕੱਲ ਖੁਦਾ ਦੇ ਦਾਸ ਮਾਫ ਕਰਨਾ ਆਪ ਨਹੀਂ ਹੋ ਲੇਕਿਨ ਐਸਾ ਹੋ ਰਿਹਾ ਕਿ ਉਹ ਵੱਡੀਆਂ ਵੱਡੀਆਂ ਦੌੜਾਂ ਦੇ ਵਿੱਚ ਦੌੜ ਰਹੇ ਨੇ ਪਰ ਆਪਣੇ ਪਰਿਵਾਰ ਵੱਲ ਧਿਆਨ ਹੀ ਨਹੀਂ ਰਹਿ ਰਹੇ ਉਹਨਾਂ ਦੇ ਬੱਚੇ ਕੀ ਕਰ ਰਹੇ ਨੇ ਉਹਨਾਂ ਦੇ ਘਰ 'ਚ ਕੀ ਹੋ ਰਿਹਾ ਹੈ ਮੇਰੇ ਘਰ ਵਿੱਚ ਕੀ ਹੋ ਰਿਹਾ ਹੈ ਮੈਨੂੰ ਉਹਦੇ ਬਾਰੇ ਧਿਆਨ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਮੁੱਢਲੀ ਸਿੱਖਿਆ ਮੁੱਢਲਾ ਇੰਤਜ਼ਾਮ ਮੁੱਢਲੀ ਖੁਦਾ ਦੀ ਜੋ ਵੀ ਖਿਦਮਤ ਹੈ ਉਹ ਸਾਡੇ ਘਰ ਤੋਂ ਸ਼ੁਰੂ ਹੁੰਦੀ ਹੈ ਹਾਲੇਲੂਇਆ ਔਰ ਇਸੇ ਤਰ੍ਹਾਂ ਜਦੋਂ ਅਸੀਂ ਅੱਗੇ ਚੱਲਦੇ ਹਾਂ ਉਦਾਹਰਨ ਦੇ ਤੌਰ ਤੇ ਮੈਂ ਆਪ ਜੀ ਨੂੰ ਏਲੀਆ ਦੇ ਬਾਰੇ ਛੋਟੀ ਜੀ ਇੱਕ ਗੱਲ ਦੱਸੀ ਆਪ ਉਹਦੇ ਬਾਰੇ ਬਹੁਤ ਹੀ ਖੂਬਸੂਰਤੀ ਦੇ ਨਾਲ ਜਾਣਦੇ ਹੋ ਔਰ ਪੁਆਇੰਟ ਨੰਬਰ 3 ਦੇ ਉੱਤੇ ਅਗਰ ਅਸੀਂ ਜਾਣਦੇ ਹਾਂ ਤੇ ਉਹਦੇ ਵਿੱਚ ਨਾਲ ਹੀ ਲਿਖਿਆ ਖੱਬੇ ਤੇ ਸੱਜੇ ਨਹੀਂ ਮੁੜਨਾ ਖੁਦਾ ਨੇ ਜੋ ਕੰਮ ਦਿੱਤਾ ਹੈ ਉਹਨੂੰ ਪੂਰੀ ਇਮਾਨਦਾਰੀ ਦੇ ਨਾਲ ਕਰਨਾ ਹੈ ਹਾਲੇਲੂਇਆ ਔਰ ਇਸੇ ਤਰ੍ਹਾਂ ਖੱਬੇ ਸੱਜੇ ਨੂੰ ਅਸੀਂ ਜਦੋਂ ਖੁਦਾ ਦੇ ਕਲਾਮ ਦੇ ਵਿੱਚ ਦੇਖਦੇ ਹਾਂ ਯੂਨਾਨ ਨਬੀ ਨੂੰ ਵੀ ਪਰਮੇਸ਼ਵਰ ਨੇ ਇੱਕ ਹੁਕਮ ਦਿੱਤਾ ਸੀ ਇੱਕ ਕੰਮ ਦਿੱਤਾ ਸੀ ਪਰ ਹੋਇਆ ਕੀ ਉਹਨੇ ਆਪਣੀ ਮਰਜ਼ੀ ਆਪਣੀ ਸੋਚ ਆਪਣੀ ਸਮਝ ਦਾ ਸਹਾਰਾ ਲਿਆ ਦੱਸਿਆ ਕਿਤੇ ਤੇ ਪਹੁੰਚ ਕਿਤੇ ਗਿਆ ਲੇਕਿਨ ਖੁਦਾਵੰਦ ਦੇ ਅਜ਼ੀਜ਼ੋ ਸਾਨੂੰ ਜੋ ਖੁਦਾ ਕੰਮ ਦਿੰਦਾ ਹੈ ਸਾਨੂੰ ਜਦੋਂ ਇਮਾਨਦਾਰੀ ਦੇ ਨਾਲ ਅਸੀਂ ਉਸੇ ਕੰਮ ਨੂੰ ਕਰਦੇ ਹਾਂ ਨਹੀਂ ਮੇਰੇ ਪਰਮੇਸ਼ਵਰ ਤੂੰ ਮੈਨੂੰ ਇਹ ਹੁਕਮ ਦਿੱਤਾ ਹੈ ਮੈਨੂੰ ਇਹ ਕੰਮ ਕਰਨਾ ਹੀ ਪੈਣਾ ਹੈ ਮੈਂ ਇਹ ਕੰਮ ਕਰੂੰਗਾ ਆਪਣੇ ਆਪ ਨੂੰ ਅਧੀਨਗੀ ਦੇ ਨਾਲ ਜਦੋਂ ਪੇਸ਼ ਕਰਦੇ ਹਾਂ ਤਾਂ ਮੇਰਾ ਯਿਸੂ ਬਰਕਤ ਵੀ ਦਿੰਦਾ ਹੈ ਹਾਲੇਲੂਇਆ ਔਰ ਯੂਨਾਨ ਨਬੀ ਆਪਣੇ ਆਪ ਨੂੰ ਉੱਥੋਂ ਭਜਾਉਣ ਡਰ ਗਿਆ ਘਬਰਾ ਗਿਆ ਉਸ ਏਰੀਏ ਦੇ ਉਸ ਸ਼ਹਿਰ ਦੇ ਉਸ ਕਸਬੇ ਦੇ ਉਸ ਮੁਲਕ ਦੇ ਉਸ ਰਾਜੇ ਦੇ ਜੋ ਲੋਕ ਸੀ ਬਲਵਾਨ ਸੀ ਉਹਨੇ ਸੋਚਿਆ ਮੈਂ ਆਪਣਾ ਮੂੰਹ ਖੋਲਾਂਗਾ ਇਹ ਮੈਨੂੰ ਮਾਰ ਸੁੱਟਣਗੇ ਅੱਜ ਖਾਸ ਕਰਕੇ ਖੁਦਾਵੰਦ ਦੇ ਅਜ਼ੀਜ਼ੋ ਪਰਮੇਸ਼ਵਰ ਦੇ ਦਾਸ ਤੇ ਦਾਸੀਓ ਜਿਹਦੇ ਵਿੱਚ ਮੈਂ ਵੀ ਸ਼ਾਮਲ ਹਾਂ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸੰਤ ਪਲੂਸ ਲਿਖਦਾ ਹੈ ਕਿ ਜੇ ਮੈਂ ਮਰ ਵੀ ਜਾਵਾਂ ਤਾਂ ਮੈਨੂੰ ਪਤਾ ਮੇਰੇ ਲਈ ਲਾਭ ਹੈ ਹਾਲੇਲੂਇਆ ਔਰ ਇਸ ਸੰਸਾਰ ਦੇ ਵਿੱਚ ਅੱਜ ਕੱਲ੍ਹ ਉਹ ਸਮਾਂ ਆ ਚੁੱਕਾ ਹੈ ਅਸੀਂ ਉਸ ਨਗਰ ਉਸ ਪਿੰਡ ਉਹਨਾਂ ਕਲੀਸਿਆਵਾਂ ਉਹਨਾਂ ਭੈਣ ਭਾਈਆਂ ਦੇ ਨਾਲ ਮੇਲ ਤੇ ਮਿਲਾਪ ਰੱਖਦੇ ਹਾਂ ਜੋ ਪਹਿਲਾਂ ਹੀ ਪਰਮੇਸ਼ਵਰ ਨੂੰ ਜਾਣਦੇ ਨੇ ਪਰ ਜੋ ਨਵੇਂ ਲੋਕ ਨੇ ਜਿਨ੍ਹਾਂ ਵਿੱਚ ਸਾਨੂੰ ਪਤਾ ਹੈ ਸਾਡਾ ਲਾਂਤਾਨ ਹੋ ਸਕਦਾ ਹੈ ਜਿਨ੍ਹਾਂ ਵਿੱਚ ਪਤਾ ਹੈ ਸਾਡਾ ਵਿਦਰੋਹ ਹੋ ਸਕਦਾ ਹੈ ਜਿਨ੍ਹਾਂ ਵਿੱਚ ਪਤਾ ਹੈ ਸਾਨੂੰ ਪਿੱਛੇ ਸੁੱਟ ਸਕਦੇ ਨੇ ਕਿ ਅਸੀਂ ਕਦੀ ਉਹਨਾਂ ਦੇ ਵਿੱਚ ਜਾ ਕੇ ਖੁਦਾ ਦੇ ਕਲਾਮ ਖੁਦਾ ਦੀ ਆਵਾਜ਼ ਅੱਜ ਅਸੀਂ ਨਬੀ ਕਹਾਉਣਾ ਬਹੁਤ ਪਸੰਦ ਕਰਦੇ ਮੈਂ ਨਬੂਬਤ ਕਰਦਾ ਹਾਂ ਉਫਲਾਨੀ ਚਰਚ ਵਿੱਚ ਵੱਡੀਆਂ ਨਬੂਬਤਾਂ ਹੁੰਦੀਆਂ ਨੇ ਪ੍ਰੋਫੈਸੀਆਂ ਹੁੰਦੀਆਂ ਨੇ ਹਰ ਰੋਜ਼
कैसी प्रोफेसियां, ये है प्रोफेसियां, ये है वो खुदा दे कलाम, ये है भविष्यवाणियां जो सचमुच तुसी नਵੇਂ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਤੇ ਉਹਨੂੰ ਦੱਸਦੇ ਹੋ ਕਿ ਭਾਈ ਤੌਬਾ ਕਰ ਲਾ, ਖੁਦਾਵੰਦ ਦਾ ਸਮਾਂ ਨਜ਼ਦੀਕ ਆਉਣ ਵਾਲਾ ਹੈ। ਇਸ ਲਈ ਖੁਦਾ ਕਹਿੰਦਾ ਹੈ ਖੱਬੇ ਤੇ ਸੱਜੇ ਮੁੜਨ ਦੀ ਸਾਨੂੰ ਜ਼ਰੂਰਤ ਨਹੀਂ ਹੈ, ਬਲਕਿ ਬਿਲਕੁਲ ਸਿੱਧੇ ਆਪਣੇ ਖੁਦਾਵੰਦ ਦੇ ਕਲਾਮ ਨੂੰ ਲੈ ਕੇ ਉਹਨਾਂ ਲੋਕਾਂ ਨੂੰ ਦੱਸਣਾ ਹੈ ਕਿ ਤੁਸੀਂ ਗੁਨਹਗਾਰ ਤੇ ਪਾਪੀ ਹੋ, ਤੌਬਾ ਕਰ ਲੋ ਕਿਉਂਕਿ ਸਮਾਂ ਬਹੁਤ ਨਜ਼ਦੀਕ ਹੈ। ਜਦੋਂ ਇਸ ਤਰੀਕੇ ਨਾਲ ਚੱਲਦੇ ਆ ਤੇ ਖੁਦਾਵੰਦ ਦੇ ਅਜ਼ੀਜ਼ੋ खुदा बरकत भी फिर उत्थे दिंदा है। हालेलुया। और जना नबी ने ऐसा किया, पर उन्हें फिर खुदा ने उन्होंने अपने आप ही दुरुस्त किया ते खुदा दी खिदमत दे लई उन्होंने अगे लेके गया। हालेलुया। और पॉइंट नंबर 4 मेरा जो होएगा उत्ते लिखिया है कि दिन रात ओदी की करनी है, असी उपासना करनी ते ओदियां विधियां दी की करनी है जी, पालना करनी है। हालेलुया। फिर जाके साडा की होऊगा, बोलबाला होਊ। फिर जिथे भी ਅਸੀਂ ਪਹੁੰਚ ਜਾਵਾਂਗੇ ਜਦੋਂ ਉਹਦੀਆਂ ਵਿਧੀਆਂ ਦੇ ਅਨੁਸਾਰ ਚੱਲਾਂਗੇ, ਉਹਦੀ ਮਹਿਮਾ ਸਤੁਤੀ ਕਰਾਂਗੇ। ਦਿਨ ਰਾਤ ਦਾ ਮਤਲਬ ਇਹ ਨਹੀਂ ਕਿ ਅਸੀਂ ਸੌਣਾ ਹੀ ਨਹੀਂ, ਦਿਨ ਰਾਤ ਦਾ ਮਤਲਬ ਸਾਡੇ ਚਿੱਤ ਦੇ ਵਿੱਚ ਨੌਜਵਾਨ, ਜਿਵੇਂ ਜ਼ਬੂਰ 119 ਦੀ 9 ਦੇ ਵਿੱਚ ਲਿਖਿਆ ਹੈ, ਨੌਜਵਾਨਾਂ ਦੇ ਲਈ। ਇਸੇ ਤਰ੍ਹਾਂ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਹੈ ਕਿ ਸਾਨੂੰ ਦਿਨ ਰਾਤ ਉਹਦੇ ਤੇ ਮਨਨ ਕਰਨ ਦੀ। ਔਰ ਯਹੋਸ਼ੂਆ ਦੀ ਪੱਤਰੀ ਦੇ ਵਿੱਚ ਜਦੋਂ ਦੇਖਦੇ ਉਹਦੇ ਵਿੱਚ ਲਿਖਿਆ 8 ਆਇਤ ਦੇ ਵਿੱਚ ਕਹਿੰਦਾ ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਕੀ ਨਾ ਹੋਵੇ ਜੀ, ਵੱਖਰੀ ਨਾ ਹੋਵੇ। ਹਾਲੇਲੂਇਆ। ਕਿਉਂ? ਕਿਉਂਕਿ ਜੇ ਉਹ ਵੱਖਰੀ ਹੋ ਗਈ ਤਾਂ ਫਿਰ ਅਸੀਂ ਆਪਣੀ ਸੋਚ ਤੇ ਆਪਣੀ ਸਮਝ ਦੇ ਨਾਲ ਚੱਲਣਾ ਸ਼ੁਰੂ ਕਰ ਦਾਂਗੇ। ਫਿਰ ਅਸੀਂ ਖੁਦਾ ਦੀ ਆਵਾਜ਼ ਨੂੰ ਅੱਗੇ ਨਹੀਂ ਲੈ ਕੇ ਚੱਲਾਂਗੇ। ਸੋ ਖੁਦਾਵੰਦ ਦੇ ਅਜ਼ੀਜ਼ੋ, ਸਾਨੂੰ ਦਿਨ ਰਾਤ ਉਹਦੀ ਮਹਿਮਾ, ਉਹਦੀ ਸਤੁਤੀ, ਉਹਦੀ ਆਰਾਧਨਾ, ਉਹਦੀਆਂ ਬਹੁਤ ਸਾਰੀਆਂ ਉਹਨਾਂ ਗੱਲਾਂ ਦੀ ਪਾਲਣਾ ਕਰਨੀ ਪਏ। ਖਾਸ ਕਰਕੇ ਮਸੀਹ ਦੇ ਵਿੱਚ ਖੁਦਾਵੰਦ ਦੇ ਜੋ ਉਹਦੇ ਚੁਣੇ ਹੋਏ ਲੋਕ ਨੇ, ਪਾਦਰੀ ਸਾਹਿਬਾਨ ਨੇ, ਪਾਦਰੀ ਸਾਹਿਬਾਨਾਂ ਨੇ, ਮੇਰੀਆਂ ਭੈਣਾਂ ਤੇ ਭਰਾ ਨੇ, ਉਹਨਾਂ ਵਾਸਤੇ ਅੱਜ ਦਾ ਕਲਾਮ ਹੈ ਕਿ ਖੁਦਾ ਸਾਨੂੰ ਮਜ਼ਬੂਤ ਕਰਨ ਲਈ ਕਹਿ ਰਿਹਾ ਕਿ ਸਾਨੂੰ ਤਕੜਾ ਹੋਣ ਦੀ ਜ਼ਰੂਰਤ ਹੈ। ਅਸੀਂ ਬਹੁਤ ਪਰਿਸਥਿਤੀਆਂ ਇਹੋ ਜਿਹੀਆਂ ਆ ਜਾਂਦੀਆਂ ਜਿਹਦੇ ਵਿੱਚ ਕਦੀ ਕਦੀ ਡਗਮਗਾ ਜਾਂਦੇ ਆ, ਪਰ ਸਾਨੂੰ ਸਾਡਾ ਖੁਦਾ ਕਹਿੰਦਾ ਹੈ ਸਾਨੂੰ ਡਰਨ ਦੀ ਲੋੜ ਨਹੀਂ, ਸਾਨੂੰ ਤਕੜੇ ਹੋਣ ਦੀ। ਕਿਉਂਕਿ ਸੇਵਕਾਈ ਦਾ ਕੰਮ ਜੋ ਹੈ ਉਹ ਇੱਕ ਬਹੁਤ ਹੀ ਕਮਜ਼ੋਰ ਇਨਸਾਨ ਨਹੀਂ ਕਰ ਸਕਦਾ। ਸੇਵਕਾਈ ਦਾ ਕੰਮ ਬਹੁਤ ਹੀ ਤਕੜੇ ਦਿਲ ਦੇ ਨਾਲ ਹੁੰਦਾ ਹੈ। ਅੱਜ ਅਸੀਂ ਕਹਿ ਦਿੰਦੇ ਅਸੀਂ ਖੁਦਾ ਦੇ ਸੇਵਕ ਹਾਂ, ਪਰ ਜਦੋਂ ਮੁਸੀਬਤਾਂ, ਮੁਸ਼ਕਲਾਂ ਸਾਨੂੰ ਘੇਰ ਲੈਂਦੀਆਂ, ਤੰਗੀਆਂ ਸਾਨੂੰ ਘੇਰ ਲੈਂਦੀਆਂ, ਪਰੇਸ਼ਾਨੀਆਂ ਸਾਨੂੰ ਘੇਰ ਲੈਂਦੀਆਂ, ਫਿਰ ਸਾਨੂੰ ਪਤਾ ਲੱਗਦਾ ਕਿ ਸੱਚਮੁੱਚ ਅਸੀਂ ਮਸੀਹ ਦੇ ਸੇਵਕ ਹਾਂ, ਇਹ ਦੁਨਿਆਵੀ ਆਮ ਲੋਕ। ਖੁਦਾਵੰਦ ਦੇ ਅਜ਼ੀਜ਼ੋ, ਇਸੇ ਲਈ ਖੁਦਾ ਦਾ ਬੰਦਾ ਯਹੋਸ਼ੂਆ ਦੀ ਪੱਤਰੀ ਦੇ ਵਿੱਚ ਖੁਦਾ ਉਸਨੂੰ ਕਹਿ ਰਿਹਾ ਕਿ ਤਕੜਾ ਹੋਣ ਦੀ ਜ਼ਰੂਰਤ ਹੈ, ਸਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਔਰ ਪੁਆਇੰਟ ਨੰਬਰ ਮੇਰਾ 5 ਜੋ ਹੈ ਕਿ ਖੁਦਾ ਦਾ ਜੋ ਹੁਕਮ ਹੈ ਉਹ ਕੀ ਆ? ਡਰਨਾ ਨਹੀਂ ਤੇ ਨਾ ਹੀ ਕੰਬਣਾ, ਨਾ ਘਾਬਰਨਾ। ਇਹਦੀ ਤਰ੍ਹਾਂ ਯੂਨਾਨ ਨਬੀ ਵੀ ਕੱਬ ਗਿਆ, ਕੰਬਿਆ ਵੀ ਤੇ ਘਾਬਰ ਵੀ ਗਿਆ। ਕੰਬਿਆ ਇਸ ਲਈ ਕਿ ਮੈਨੂੰ ਖੁਦਾ ਨੇ ਕਹਿ ਤੇ ਦਿੱਤਾ ਮੈਂ ਕਿੱਥੇ ਜਾਣਾ। ਘਾਬਰ ਇਸ ਲਈ ਗਿਆ ਕਿ ਉਸ ਜਗ੍ਹਾ ਦੇ ਉੱਥੇ ਦੇ ਲੋਕ, ਉੱਥੇ ਜੋ ਬਸ਼ਿੰਦੇ ਬਹੁਤ ਤਾਕਤਵਰ ਨੇ। ਮੈਂ ਆਪਣਾ ਮੂੰਹ ਖੋਲਾਂਗਾ ਕਿ ਉਹ ਮੇਰੀ ਗੱਲ ਨੂੰ ਸੁਣਨਗੇ ਵੀ ਕਿ ਨਹੀਂ ਸੁਣਨਗੇ, ਕਿ ਮੰਨਣਗੇ ਕਿ ਨਹੀਂ ਮੰਨਣਗੇ। ਪਰ ਖੁਦਾਵੰਦ ਦੇ ਅਜ਼ੀਜ਼ੋ, ਇਸੇ ਤਰ੍ਹਾਂ ਜਦੋਂ ਅਸੀਂ ਖੁਦਾ ਦੇ ਬਾਣੀ ਨੂੰ ਦੇਖਦੇ ਹਾਂ, ਉਹਦੇ ਵਿੱਚ ਮੂਸਾ ਜੋ ਕਿ ਸ਼ੁਰੂਆਤੀ ਜਦੋਂ ਖੁਦਾ ਨੇ ਉਹਦੇ ਨਾਲ ਗੱਲਬਾਤ ਕੀਤੀ, ਔਰ ਖੁਦਾਵੰਦ ਮਸੀਹ ਦੇ ਮੁਕੱਦਸ ਕਲਾਮ ਦੇ ਵਿੱਚ, ਪੂਰੀ ਬਾਈਬਲ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਕਿ ਮੂਸਾ ਨੇ ਬਹੁਤ ਸਾਰੇ ਲੋਕਾਂ, ਤਕਰੀਬਨ 6 ਲੱਖ ਲੋਕਾਂ ਦੀ ਅਗਵਾਈ ਕੀਤੀ, ਉਹ ਵੀ ਸ਼ੁਰੂਆਤ ਦੇ ਵਿੱਚ ਘਾਬਰ ਗਿਆ, ਡਰ ਗਿਆ, ਪਰ ਉਹ ਫਿਰ ਵੀ ਅੱਗੇ ਵਧਿਆ। ਉਹਨੂੰ ਸੰਭਾਲਣ ਵਾਲਾ ਕੌਣ ਸੀ? ਖੁਦ ਖੁਦਾਵੰਦ ਮਸੀਹ ਯਿਸੂ। ਉਹਨੂੰ ਸੰਭਾਲਣ ਵਾਲਾ ਕੌਣ ਸੀ? ਖੁਦ ਯਹੋਵਾ ਪਰਮੇਸ਼ਵਰ। ਅਗਰ ਉਸ ਸਮੇਂ ਉਹ ਇਹ ਸੋਚਦਾ ਮੈਂ ਤੋਤਲਾ ਹਾਂ, ਮੇਰੀ ਆਵਾਜ਼ ਕਿਵੇਂ ਪੜ ਸਕਣਗੇ, ਸੁਣ ਸਕਣਗੇ, ਸਮਝ ਸਕਣਗੇ? ਖੁਦਾਵੰਦ ਨੂੰ ਵੀ ਉਸਨੇ ਕਿਹਾ ਕਿ ਮੈਂ ਨਹੀਂ ਬੋਲ ਸਕਦਾ। ਲੇਕਿਨ ਖੁਦਾਵੰਦ ਦੇ ਅਜ਼ੀਜ਼ੋ, ਖੁਦਾ ਨੇ ਉਸ ਨੂੰ 6 ਲੱਖ ਲੋਕਾਂ ਦੀ ਅਗਵਾਈ ਕਰਨ ਦੇ ਲਈ ਮੁਕਰਰ ਕਰ ਦਿੱਤਾ। ਅੱਜ ਤੁਹਾਨੂੰ ਤਾਂ ਮੈਨੂੰ 6 ਲੱਖ ਤੋਂ ਵੀ ਕਿਤੇ ਜ਼ਿਆਦਾ ਲੋਕਾਂ ਦੀ
ਅਗਵਾਈ ਕਰਨ ਦੇ ਲਈ ਪਰਮੇਸ਼ਵਰ ਨੇ ਚੁਣਿਆ ਹੈ। ਸੋ ਸਾਨੂੰ ਤਕੜੇ ਹੋਣ ਦੀ ਜ਼ਰੂਰਤ ਹੈ, ਡਰਨ ਦੀ ਜ਼ਰੂਰਤ ਨਹੀਂ ਹੈ। ਔਰ ਮੈਂ ਸਮਝਦਾ ਹਾਂ ਕਿ ਇਸੇ ਤਰ੍ਹਾਂ ਖੁਦਾ ਨੇ ਸਾਨੂੰ ਜੋ ਦਿੱਤਾ ਹੈ ਉਹਨੂੰ ਅਸੀਂ ਕੀ ਕਰਨਾ ਹੈ, ਸੰਭਾਲ ਕੇ ਵੀ ਰੱਖਣਾ ਹੈ। ਚਾਹੇ ਸਾਡੇ ਕੋਲ 2 ਲੋਕ ਨੇ, ਚਾਹੇ ਸਾਡੇ ਕੋਲ 20 ਲੋਕ ਨੇ, ਚਾਹੇ ਸਾਡੇ ਕੋਲ 100 ਲੋਕ ਹੈ, ਪਰ ਖੁਦਾਵੰਦ ਦਾ ਕਲਾਮ ਕਹਿੰਦਾ ਕਿ ਉਸ ਨੂੰ ਵਫਾਦਾਰੀ ਦੇ ਨਾਲ, ਈਮਾਨਦਾਰੀ ਦੇ ਨਾਲ ਸੰਭਾਲ ਕੇ ਰੱਖਣਾ। ਅਗਰ ਅਸੀਂ ਲੈਟਸ ਗੋ ਹੈਵਨ ਇੰਟਰਨੈਸ਼ਨਲ ਮਿਨਿਸਟਰੀ ਨੂੰ ਦੇਖੀਏ ਤੇ ਪਿਛਲੇ ਬੀਤੇ ਸਮਿਆਂ, ਮਹੀਨਿਆਂ ਦੇ ਵਿੱਚ, ਸਾਲਾਂ ਦੇ ਵੱਲ ਜਾਈਏ ਤੇ ਸ਼ੁਰੂਆਤ ਦੇ ਵਿੱਚ ਅਸੀਂ ਥੋੜੇ ਜਿਹੇ ਲੋਕ ਸੀ, ਲੇਕਿਨ ਪਾਸਟਰ ਬਲਵਿੰਦਰ ਜੀ ਨੇ ਹਿੰਮਤ ਨਹੀਂ ਹਾਰੀ, ਉਹਨਾਂ ਦੇ ਨਾਲ ਸਹਿਯੋਗੀਆਂ ਨੇ ਹਿੰਮਤ ਨਹੀਂ ਹਾਰੀ। ਅੱਜ ਵੀ ਉਸੇ ਸਟੈਂਡ ਦੇ ਨਾਲ, ਉਸੇ ਹਿੰਮਤ ਦੇ ਨਾਲ ਖੜੇ ਤੇ ਖੁਦਾਵੰਦ ਦੇ ਅਜ਼ੀਜ਼ੋ, ਨਾ ਉਹ ਡਰੇ ਤੇ ਨਾ ਉਹ ਕੰਬੇ, ਨਾ ਉਹ ਕਾਂਬਰੇ, ਬਲਕਿ ਉਹਨਾਂ ਨੂੰ ਪਤਾ ਸੀ ਇਹ ਮੇਰੇ ਖੁਦਾ ਨੇ ਮੈਨੂੰ ਕੰਮ ਦਿੱਤਾ ਹੈ। ਉਹਨੂੰ ਅੱਗੇ ਤੋਂ ਅੱਗੇ ਇੱਕ ਕਾਰਵਾਂ ਦੀ ਤਰ੍ਹਾਂ ਵੱਧਦਾ ਗਿਆ। ਕਿੱਥੇ 4 ਲੋਕ ਸੀ, ਅੱਜ ਹਜ਼ਾਰਾਂ ਹੀ ਲੋਕ ਤੇ ਹਜ਼ਾਰਾਂ ਹੀ ਰੱਬ ਦੇ ਦਾਸ ਤੇ ਦਾਸੀਆਂ ਲੈਟਸ ਗੋ ਹੈਵਨ ਮਿਨਿਸਟਰੀ ਦੇ ਦੁਆਰਾ ਜਾਣੇ ਜਾਂਦੇ ਨੇ। ਮੈਂ ਖੁਦਾਵੰਦ ਦੇ ਨਾਮ ਨੂੰ ਮਹਿਮਾ ਦੇਣਾ, ਤਾਰੀਫ ਕਰਦਾ ਇਸ ਗੱਲ ਦੀ ਕਿ ਖੁਦਾਵੰਦ ਬੜਾ ਭਲਾ ਹੈ। ਔਰ ਪਰਮੇਸ਼ਵਰ ਕਹਿੰਦਾ ਕਿ ਉਹਨਾਂ ਨੂੰ ਸੰਭਾਲਣਾ ਹੈ। ਅੱਜ ਵੀ ਉਹ ਭੁੱਲੇ ਨਹੀਂ ਉਹਨਾਂ ਰੱਬ ਦੇ ਦਾਸ ਤੇ ਦਾਸੀਆਂ ਨੂੰ, ਉਹ ਯਾਦ ਕਰਦੇ ਨੇ, ਉਹਨਾਂ ਨੂੰ ਮੌਕਾ ਦਿੰਦੇ ਨੇ ਉਸ ਪਲੇਟਫਾਰਮ ਤੇ ਦੁਬਾਰਾ ਆਉਣ ਦਾ। ਲੇਕਿਨ ਕੁਝ ਲੋਕ ਐਸੇ ਨੇ ਅੱਜ ਵੀ ਚਰਚਸ ਦੇ ਵਿੱਚ, ਅੱਜ ਵੀ ਕਲੀਸਿਆਵਾਂ ਦੇ ਵਿੱਚ, ਜੋ ਇਸ ਤਰੀਕੇ ਦੇ ਨਾਲ ਨਹੀਂ ਚੱਲਦੇ। ਔਰ ਆਪ ਜੀ ਨੇ ਇੱਕ ਸ਼ਬਦ ਬਹੁਤ ਹੀ ਖੂਬਸੂਰਤੀ ਦੇ ਨਾਲ ਸੁਣਿਆ ਹੋਏਗਾ, ਤਿੱਤਰ, ਤਿੱਤਰ ਬਟੇਰ। ਜੇ ਅਸੀਂ ਪੁਰਾਣੇ ਐਤਨਾਮੇ ਨੂੰ ਦੇਖਦੇ ਹਾਂ ਤੇ ਉਹਦੇ ਵਿੱਚ ਬਹੁਤ ਹੀ ਇਹਨਾਂ ਦਾ ਜ਼ਿਕਰ ਆਇਆ। ਜਦੋਂ ਉਹਨਾਂ ਨੂੰ ਖਾਣ ਨੂੰ ਨਹੀਂ ਮਿਲਿਆ ਤੇ ਉਹਨਾਂ ਨੇ ਕੁੜਕੜਾਉਣਾ ਸ਼ੁਰੂ ਕਰ ਦਿੱਤਾ ਤੇ ਆਖਿਆ ਕਿ ਉੱਥੇ ਅਸੀਂ ਤਿੱਤਰ ਬਟੇਰ ਮੀਟ ਖਾਂਦੇ ਸੀ। ਪਰ ਖੁਦਾ ਦੇ ਕਲਾਮ ਦੇ ਵਿੱਚ ਕੱਲਾ ਮੀਟ ਜਾਂ ਪੇਟ ਭਰਨ ਦੇ ਲਈ ਇਸਤੇਮਾਲ ਨਹੀਂ ਹੋਏ। ਖੁਦਾ ਦੇ ਕਲਾਮ ਦੇ ਵਿੱਚ ਇਸ ਤਿੱਤਰ ਦਾ ਜ਼ਿਕਰ ਬਹੁਤ ਹੀ ਹੋਰ ਵੱਡੇ ਸਪਸ਼ਟ ਤਰੀਕੇ ਦੇ ਨਾਲ ਕੀਤਾ ਗਿਆ ਹੈ, ਜੋ ਕਿ ਅੱਜ ਮੈਂ ਆਪ ਜੀ ਦੇ ਨਾਲ ਇਸ ਪੁਆਇੰਟ ਨੰਬਰ 5 ਦੇ ਵਿੱਚ ਸ਼ੇਅਰ ਕਰਦਾ ਹਾਂ ਕਿ ਸਾਨੂੰ ਤਿੱਤਰ ਵਰਗੇ ਨਹੀਂ ਬਣਨਾ। ਆਪ ਜੀ ਨੂੰ ਪਤਾ ਹੋਏਗਾ ਕਿ ਤਿੱਤਰ ਦੀਆਂ ਖੂਬੀਆਂ ਕੀ ਨੇ, ਤਿੱਤਰ ਦੇ ਵਿੱਚ ਜੋ ਕੁਆਲਿਟੀ ਹੈ ਉਹ ਕੀ ਹੈ। ਲੇਕਿਨ ਪਰਮੇਸ਼ਵਰ ਦਾ ਕਲਾਮ ਕਹਿੰਦਾ ਸਾਨੂੰ, ਅਸੀਂ ਤਿੱਤਰ ਵਰਗੇ ਨਹੀਂ ਬਣਨਾ। ਖਾਸ ਕਰਕੇ ਮੈਂ ਉਹਨਾਂ ਦੇ ਲਈ ਅੱਜ ਗੱਲ ਕਰਦੇ ਹਾਂ ਜੋ ਰੱਬ ਦੇ ਦਾਸ ਤੇ ਦਾਸੀਆਂ ਨੇ। ਤਿੱਤਰ ਆਪਣੇ ਹੀ ਆਂਡਿਆਂ ਤੇ ਨਹੀਂ ਬੈਠਦਾ, ਬਲਕਿ ਬਗਾਨੇ ਆਂਡਿਆਂ ਤੇ, ਜੰਗਲ ਦੇ ਵਿੱਚ ਜਦੋਂ ਚੱਲਦੇ ਨੇ ਬਗਾਨੇ ਆਂਡਿਆਂ ਤੇ ਬੈਠਦਾ ਹੈ। ਬਗਾਨੇ ਆਂਡਿਆਂ ਦਾ ਮਤਲਬ ਹੈ ਕਲੀਸਿਆਵਾਂ ਦੇ ਵਿੱਚੋਂ ਅਸੀਂ ਦੂਸਰਿਆਂ ਦੀ ਕਲੀਸਿਆ ਦੇ ਵਿੱਚ ਜਦੋਂ ਝਾਕਦੇ ਹਾਂ, ਦੂਸਰਿਆਂ ਦੇ ਵਿਸ਼ਵਾਸੀਆਂ ਨੂੰ ਆਪਣੇ ਵਸ ਵਿੱਚ ਕਰਦੇ ਹਾਂ, ਦੂਸਰੇ ਦੇ ਵਿਸ਼ਵਾਸੀਆਂ ਨਾਲ ਟੈਲੀਫੋਨ ਤੇ ਗੱਲ ਕਰਕੇ ਜਾਂ ਵੈਸੇ ਰਾਬਤਾ ਰੱਖ ਕੇ ਫਿਰ ਹਲਕਾ ਜਿਹਾ ਨਿਯੋਤਾ ਦਿੰਨੇ ਆ, ਆਓ ਮੇਰੀ ਕਲੀਸਿਆ ਦੇ ਵਿੱਚ ਆਪ ਕਦੀ ਦੇਖੋ, ਕਿਤੇ ਸਮਾਂ ਕੱਢਿਓ। ਖੁਦਾਵੰਦ ਦੇ ਅਜ਼ੀਜ਼ੋ, ਤਿੱਤਰ ਵੀ ਐਸਾ ਹੀ ਕਰਦਾ ਹੈ। ਉਹ ਭੁੱਲ ਜਾਂਦਾ ਹੈ ਕਿ ਮੇਰੇ ਆਂਡੇ, ਉਹ ਬਗਾਨੇ ਆਂਡਿਆਂ ਦੇ ਉੱਤੇ ਬੈਠਣਾ ਸ਼ੁਰੂ ਕਰ ਦਿੰਦਾ, ਉਹਦੇ ਵਿੱਚੋਂ ਬੱਚੇ ਨਿਕਲਦੇ, ਪਰ ਉਹ ਖੁਦ ਪਛਤਾਉਂਦਾ ਹੈ ਕਿਉਂਕਿ ਉਹਦੀ ਆਪਣੀ ਮਿਹਨਤ ਨਹੀਂ ਹੁੰਦੀ। ਸਾਨੂੰ ਉਹਨਾਂ ਚੀਜ਼ਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ ਜੋ ਖੁਦਾ ਨੇ ਸਾਨੂੰ ਦਿੱਤੀਆਂ। ਸਾਡੇ ਕੋਲ 2 ਲੋਕ ਨੇ, ਸਾਡੇ ਕੋਲ 4 ਲੋਕ ਨੇ, ਸਾਡੇ ਕੋਲ 10 ਲੋਕ ਨੇ, ਅਸੀਂ ਉਹਨਾਂ ਦੀ ਖਿਦਮਤ ਕਰੀਏ। ਅਸੀਂ ਖਿਦਮਤਦਾਰ ਹਾਂ, ਅਸੀਂ ਉਹਨਾਂ ਦੀ ਖਿਦਮਤ ਕਰੀਏ, ਉਹਨਾਂ ਨੂੰ ਕਲਾਮ ਦੇ ਨਾਲ ਸ਼ੇਅਰ ਕਰੀਏ। ਜੋ ਸਾਨੂੰ ਪਤਾ ਹੈ, ਜੋ ਨਹੀਂ ਪਤਾ, ਅਸੀਂ ਆਪਣੇ ਸੀਨੀਅਰਸ ਦੇ ਕੋਲੋਂ, ਰੱਬ ਦੇ ਕੋਲੋਂ, ਰੱਬ ਦੇ ਪਵਿੱਤਰ ਆਤਮਾ ਦੇ ਕੋਲੋਂ ਮੰਗੀਏ। ਖੁਦਾ ਸਾਨੂੰ ਦੇਗਾ ਤੇ ਅਸੀਂ ਅੱਗੇ ਉਹਨੂੰ ਪੇਸ਼ ਕਰਾਂਗੇ। ਹਾਲੇਲੂਇਆ। ਔਰ ਇਸ ਆਇਤ ਨੂੰ ਅਗਰ ਆਪਕੋ ਮੈਂ ਆਪਣੇ ਕੋਲੋਂ ਨਹੀਂ ਆਖਦਾ, ਔਰ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਹੈ, ਦੇਖੀਏ ਜਦੋਂ ਖੁਦਾ ਦੇ ਕਲਾਮ ਦੇ ਵਿੱਚ ਯਰਮੀਆ 17:11 ਦੇ ਵਿੱਚ ਕੀ ਲਿਖਿਆ, ਉਹ ਆਦਮੀ ਜਿਹੜਾ ਇਨਸਾਫ ਦੇ ਬਿਨਾਂ ਧਨ ਇਕੱਠਾ ਕਰਦਾ ਹੈ, ਉਸ ਤਿੱਤਰ ਵਰਗਾ ਹੋਵੇਗਾ ਜੋ ਉਹਨਾਂ ਆਂਡਿਆਂ ਉੱਤੇ ਬੈਠੇ ਜਿਹੜੇ ਉਹਨੇ ਨਹੀਂ ਦਿੱਤੇ। ਉਹਦੇ ਦਿਨਾਂ ਦੇ ਅੰਤ ਵਿੱਚ ਉਹ ਉਸ ਤੋਂ ਛੁੱਟ ਜਾਵੇਗਾ ਅਤੇ ਉੜਕ ਨੂੰ ਉਹ ਮੂਰਖ ਬਣੇਗਾ। ਹਾਲੇਲੂਇਆ। ਸੋ ਖੁਦਾ ਦਾ ਕਲਾਮ ਸਪਸ਼ਟ ਸਾਨੂੰ ਦੱਸਦਾ ਉਹ ਮੂਰਖ ਬਣੇਗਾ। ਬਗਾਨੇ ਦੀ ਕਲੀਸਿਆ ਦੇ ਵਿੱਚੋਂ ਜਦੋਂ ਅਸੀਂ ਕੁਝ ਲੈ ਲੈਂਦੇ ਹਾਂ, ਇਹਦੇ ਵਿਸ਼ਵਾਸੀਆਂ ਨੂੰ ਤੋੜਦੇ ਆ ਜਾਂ ਤੋੜ ਮੜੋੜ ਕੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ, ਖਾਸ ਕਰਕੇ ਦਾਸ ਤੇ ਦਾਸੀਆਂ ਦੇ ਲਈ
ਸੇਵਕਾਈ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀਆਂ ਨੇ, ਸੇਵਕਾਈ ਦੇ ਵਿੱਚ ਬੜੀਆਂ ਕਠਿਨਾਈਆਂ ਨੇ। ਸੇਵਕ ਹੋਣਾ ਸੌਖਾ ਹੈ, ਪਰ ਸੇਵਾ ਨੂੰ ਅੱਗੇ ਲੈ ਕੇ ਚੱਲਣਾ ਬੜਾ ਹੀ ਔਖਾ ਹੈ। ਪਾਸਟਰ ਬਲਵਿੰਦਰ ਜੀ ਬੀਤੇ ਸਮਿਆਂ ਦੇ ਵਿੱਚ ਕਿੰਨੀ ਪ੍ਰੋਬਲਮ ਦੇ ਵਿੱਚ ਦੀ ਜਿੱਥੇ ਰਹਿ ਰਹੇ ਨੇ ਉੱਥੇ ਉਹਨਾਂ ਨੇ ਆਪਣਾ ਸਮਾਂ ਕੱਢਿਆ। ਬਹੁਤ ਸਾਰੇ ਰੱਬ ਦੇ ਦਾਸ ਐਸੇ ਜੋ ਬੜੀ ਪ੍ਰੋਬਲਮ ਦੇ ਵਿੱਚ ਦੀ ਨਿਕਲੇ, ਪਰ ਉਹਨਾਂ ਨੇ ਕਦੀ ਵੀ ਇੱਧਰ ਉੱਧਰ ਨਹੀਂ ਝਾਕਿਆ, ਬਲਕਿ ਆਪਣੇ ਯਹੋਵਾ ਪਰਮੇਸ਼ਵਰ ਵੱਲ ਵੇਖਿਆ ਤੇ ਖੁਦਾਵੰ ਨੇ ਉਹਨਾਂ ਨੂੰ ਫਲਵੰਤ ਤੇ ਬਲਵੰਤ ਬਣਾਇਆ ਤੇ ਸੱਚਮੁੱਚ ਉਹ ਬੜੇ ਹੀ ਭਾਗਸ਼ਾਲੀ ਨਿਕਲੇ। ਹਾਲੇਲੂਇਆ। ਔਰ ਖੁਦਾ ਦਾ ਕਲਾਮ ਸਾਨੂੰ ਕਹਿੰਦਾ ਕਿ ਸਾਨੂੰ ਬਗਾਨੇ ਜਿਵੇਂ ਤਿੱਤਰ ਆਂਡਿਆਂ ਤੇ ਬਹਿੰਦਾ ਹੈ ਉਸ ਤਰੀਕੇ ਦੇ ਨਾਲ ਬੈਠਣ ਦੀ ਜ਼ਰੂਰਤ ਨਹੀਂ ਹੈ, ਬਲਕਿ ਸਾਨੂੰ ਆਪਣੇ ਹੀ ਵਿਸ਼ਵਾਸੀਆਂ ਨੂੰ ਐਸਾ ਬਣਾਉਣ ਦੀ ਤੇ ਉਹਨਾਂ ਦੇ ਉੱਤੇ ਮਿਹਨਤ ਕਰਨ ਦੀ ਜ਼ਰੂਰਤ ਹੈ ਤਾਂ ਕਿ ਖੁਦਾ ਦੇ ਕਲਾਮ ਨੂੰ ਅਸੀਂ ਅੱਗੇ ਪਹੁੰਚਾ ਸਕੀਏ। ਔਰ ਜਦੋਂ ਅਸੀਂ ਉਹ 6 ਪੁਆਇੰਟ ਜਿਹੜੇ ਮੈਂ ਦੱਸੇ ਕਿ ਜਦੋਂ ਯਰਮੀਆ ਨਬੀ ਇਸ ਤਰੀਕੇ ਦੇ ਨਾਲ ਚੱਲਿਆ ਸ਼ੁਰੂਆਤੀ ਦੌਰ ਦੇ ਵਿੱਚ, ਜਦੋਂ ਅਸੀਂ ਪੂਰੀ ਉਹਦੀ ਹਿਸਟਰੀ ਨੂੰ ਦੇਖਦੇ ਹਾਂ ਤੇ ਉਹਦੇ ਯਾਰ ਦੋਸਤ ਜਿਹੜੇ ਸੀ, ਜਦੋਂ ਖੁਦਾ ਦੇ ਕਲਾਮ ਨੂੰ ਅੱਗੇ ਲੈ ਕੇ ਚੱਲਿਆ ਉਹਦੀ ਖਿਦਮਤ ਲਈ, ਤੇ ਉਹ ਉਹਦੇ ਖਿਲਾਫ ਹੋ ਗਏ। ਉਸ ਸਮੇਂ ਦੇ ਯਾਜਕ ਲੋਕ ਜਿਹੜੇ ਸੀ ਉਹ ਉਹਦੇ ਖਿਲਾਫ ਹੋ ਗਏ, ਤੇ ਜਿਹੜੇ ਉਸਦੇ ਇਰਦ ਗਿਰਦ ਦੇ ਲੋਕ ਸੀ ਉਹਦੇ ਖਿਲਾਫ। ਤੁਹਾਡੇ ਤੇ ਮੇਰੇ ਵੀ ਅੱਜ ਐਸੇ ਲੋਕ ਹੋ ਸਕਦੇ। ਤੁਸੀਂ ਖੁਦਾ ਦੇ ਆਪਣੇ ਆਪ ਨੂੰ ਜਦੋਂ ਦਾਸ ਤੇ ਦਾਸੀਆਂ ਦੱਸੋਗੇ, ਸਾਡੇ ਜੋ ਦੋਸਤ ਨੇ ਜਿਨ੍ਹਾਂ ਦੇ ਨਾਲ ਸਾਡੀ ਪਹਿਲੇ ਅੱਛੀ ਬੋਲਚਾਲ ਸੀ, ਉਹ ਸਾਡੇ ਤੋਂ ਦੂਰ ਹੋ ਜਾਣਗੇ ਸਾਡੇ ਖਿਲਾਫ। ਇਹ ਕੀ ਬਣ ਗਿਆ, ਕੀ ਹੋ ਗਿਆ ਇਹਨੂੰ? ਤੇ ਜਿਹੜੇ ਜਾਜਕ ਲੋਕ, ਜਿਹੜੇ ਕਲੀਸਿਆਵਾਂ ਦੇ ਵਿੱਚੋਂ ਅਸੀਂ ਨਿਕਲੇ ਆ, ਤੇ ਸਾਡੇ ਸੀਨੀਅਰ ਪਾਸਟਰ ਜੀ, ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਮੇਰਾ ਇਹ ਸ਼ਾਗਿਰਦ ਸੀ ਤੇ ਇਹ ਹੁਣ ਇੱਕ ਕਲੀਸਿਆ ਨੂੰ ਸ਼ੁਰੂ ਕਰਨ ਜਾ ਰਿਹਾ, ਉਹ ਕਲੀਸਿਆ ਨੂੰ ਨਹੀਂ ਸ਼ੁਰੂ ਕਰਨ ਜਾ ਰਿਹਾ ਬਲਕਿ ਖੁਦਾ ਦੇ ਕਲਾਮ ਨੂੰ ਪੂਰਾ ਕਰਨ ਜਾ, ਕਿਉਂਕਿ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਕਿ ਤੁਸੀਂ ਚੇਲੇ ਬਣਾਓ। ਤੇ ਜਦੋਂ ਉਹ ਇਸ ਕੰਮ ਨੂੰ ਲੈ ਕੇ ਚੱਲਦਾ ਤੇ ਉਹ ਦੁਖੀ ਹੋ ਜਾਂਦੇ। ਉਹ ਜਾਜਕ ਲੋਕ ਵੀ ਜਿਹੜੇ ਆ ਉਹ ਸਾਡੇ ਖਿਲਾਫ ਹੋ ਸਕਦੇ ਨੇ, ਤੇ ਸਾਰੇ ਲੋਕ ਜੋ ਇਰਦ ਗਿਰਦ ਦੇ ਉਹ ਵੀ ਸਾਡੇ ਖੁਦਾਵੰਦ ਦੇ ਅਜ਼ੀਜ਼ੋ ਮਸੀਹੀ ਲੋਕਾਂ ਦੇ, ਖਾਸ ਕਰਕੇ ਜੋ ਪਾਸਬਾਨ ਨੇ, ਉਹਨਾਂ ਦੇ ਖਿਲਾਫ ਹੋ ਜਾਂਦੇ ਨੇ। ਇੱਥੋਂ ਤੱਕ ਕਿ ਖੁਦਾ ਦੇ ਕਲਾਮ ਦੇ ਵਿੱਚ ਜਦੋਂ ਯਰਮੀਆ ਨਬੀ ਦਾ ਮਤਾਲਾ ਪੂਰੇ ਕਿਤਾਬ ਦਾ ਅਸੀਂ ਕਰਦੇ ਹਾਂ, ਉਹ 'ਚ ਲਿਖਿਆ ਰਾਜੇ ਲੋਕ ਵੀ ਜਿਹੜੇ ਸੀ ਉਸ ਜਗ੍ਹਾ ਦੇ, ਉਹ ਵੀ ਯਰਮੀਆ ਨੂੰ ਫੜਨ ਦੇ ਵਾਸਤੇ ਉਹਨਾਂ ਨੇ ਮੋਹਰਾਂ ਲਾ ਦਿੱਤੀ, ਉਹਦੇ ਮੂੰਹ ਨੂੰ ਬੰਦ ਕਰਨਾ ਚਾਹੁੰਦੇ ਸੀ, ਪਰ ਉਹ ਡਰਿਆ ਨਹੀਂ। ਖੁਦਾ ਦਾ ਕਲਾਮ ਕਹਿੰਦਾ, ਉਹ ਕਹਿੰਦਾ ਤਕੜਾ ਹੋ, ਕਿਉਂਕਿ ਕਮਜ਼ੋਰ ਜੋ ਹੈ ਉਹ ਪਰਮੇਸ਼ਵਰ ਦੀ ਸੇਵਕਾਈ ਨਹੀਂ ਕਰ ਸਕਦਾ। ਇੱਥੋਂ ਤੱਕ ਕਿ ਉਹਦੇ ਕਬੀਲੇ ਦੇ ਲੋਕ ਜਿਨ੍ਹਾਂ ਤੇ ਸਾਨੂੰ ਬੜਾ ਭਰੋਸਾ ਹੁੰਦਾ, ਮੇਰੀ ਜਾਤ ਬਰਾਦਰੀ ਹੈ, ਮੇਰੇ ਆਂਢ ਗੁਆਂਢ ਦੇ ਲੋਕ ਨੇ, ਮੇਰਾ ਸੱਚਮੁੱਚ ਇਹ ਲੋਕ ਮੈਨੂੰ ਕਦੀ ਛੱਡ ਨਹੀਂ ਸਕਦੇ, ਉਹ ਵੀ ਉਹਦੇ ਖਿਲਾਫ, ਉਹਦੀ ਸੇਵਕਾਈ ਦੇ ਖਿਲਾਫ ਹੋ ਗਏ। ਅੱਜ ਮੈਨੂੰ ਨਹੀਂ ਪਤਾ ਆਪ ਜੀ ਦੇ ਖਿਲਾਫ ਕੌਣ ਕੌਣ ਖੜਾ ਹੈ। ਇੱਥੋਂ ਤੱਕ ਕਿ 6ਵੇਂ ਪੁਆਇੰਟ ਦੇ ਵਿੱਚ ਜੋ ਚੱਲਦੇ, ਉਹਦੇ ਆਪਣੇ ਪਰਿਵਾਰ ਦੇ ਲੋਕ ਉਹਦੇ ਖਿਲਾਫ ਹੋ ਗਏ। ਪਰ ਸਭ ਤੋਂ ਪਹਿਲਾਂ ਖਿਲਾਫੀਅਤ ਜਦੋਂ ਆਉਂਦੀ ਹੈ, ਅਸੀਂ ਮਸੀਹ ਦੀ ਸੇਵਾ ਲਈ ਜਦੋਂ ਨਿਕਲਦੇ ਹਾਂ, ਸਾਡੇ ਆਪਣੇ ਹੀ ਪਰਿਵਾਰ ਦੇ ਭੈਣ ਤੇ ਭਰਾ, ਮਾਂ ਤੇ ਪਿਤਾ ਤੇ ਹੋਰ ਰੰਗੀ ਸਾਖੀ ਲੋਕ ਜੇ ਉਹ ਸਾਡੇ ਖਿਲਾਫ ਖੜੇ ਹੋ ਜਾਂਦੇ ਨੇ। ਇਹ ਬੰਦਾ ਸਾਡਾ ਸੀ, ਅਸੀਂ ਐਸੇ ਕਰਦੇ ਸੀ, ਅਸੀਂ ਵੈਸੇ ਕਰਦੇ ਸੀ, ਅੱਜ ਇਹ ਕੰਮ ਛੱਡ ਬੈਠਾ, ਅੱਜ ਉਹ ਕੰਮ ਛੱਡ ਬੈਠਾ, ਕੀ ਹੋ ਗਿਆ ਇਹਨੂੰ? ਉਹ ਸਾਡੇ ਖਿਲਾਫ ਹੋ ਜਾਂਦੇ ਨੇ। ਪਰ ਮੇਰੇ ਖੁਦਾਵੰਦ ਦੇ ਅਜ਼ੀਜ਼ੋ, ਪਰਮੇਸ਼ਵਰ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਸਾਨੂੰ ਤਕੜਾ ਹੋਣ ਦੀ ਜ਼ਰੂਰਤ ਹੈ, ਸਾਨੂੰ ਹੌਸਲਾ ਰੱਖਣ ਦੀ ਜ਼ਰੂਰਤ ਹੈ। ਕਿਉਂ? ਕਿਉਂਕਿ ਸਾਡਾ ਚੁਣਾਵ ਕਰਨ ਵਾਲਾ ਕੋਈ ਇਨਸਾਨ ਨਹੀਂ ਹੈ। ਔਰ ਮੈਂ 2 ਆਇਤਾਂ ਬੋਲ ਕੇ ਇੱਥੇ ਸਮਾਪਤ ਕਰਨ ਜਾ ਰਿਹਾ ਹਾਂ, ਕਿਉਂਕਿ ਖੁਦਾ ਸੱਚਮੁੱਚ ਬੜਾ ਹੀ ਪਿਆਰਾ ਤੇ ਭਲਾ ਪਰਮੇਸ਼ਵਰ ਹੈ। ਸਾਡਾ ਚੁਣਾਵ ਕੋਈ ਦੁਨੀਆ ਦੇ ਵਿੱਚ ਕਿਸੇ ਨੇ ਨਹੀਂ ਕੀਤਾ, ਕਿਸੇ MC ਨੇ, ਸਰਪੰਚ ਨੇ, MLA ਨੇ, ਪ੍ਰਾਈਮ ਮਿਨਿਸਟਰ ਨੇ ਨਹੀਂ ਕੀਤਾ, ਬਲਕਿ ਸਾਡਾ ਜੋ ਕਲਾਮ ਹੈ, ਸਾਡਾ ਜੋ ਸਾਡੇ ਅੰਦਰ ਜੋ ਖੁਦਾ ਦਾ ਵਚਨ ਹੈ, ਉਹ ਸਾਡੇ ਖੁਦਾ ਨੇ ਸਾਡੀ ਜ਼ਿੰਦਗੀ ਦੇ ਵਿੱਚ ਪਾਇਆ ਹੈ। ਯਰਮੀਆ 1:5 ਆਇਤ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਉਹਦੇ ਵਿੱਚ ਸਾਨੂੰ ਪਤਾ ਚੱਲਦਾ ਹੈ, ਇਹ ਤੋਂ ਪਹਿਲਾਂ ਕਿ ਮੈਂ ਤੈਨੂੰ ਢਿੱਡ ਵਿੱਚ ਸਾਜਿਆ, ਮੈਂ ਤੈਨੂੰ ਜਾਣਦਾ ਸਾਂ। ਇਹ ਤੋਂ ਪਹਿਲਾਂ ਕਿ ਤੂੰ ਕੁੱਖੋਂ ਨਿਕਲਿਆ, ਮੈਂ ਤੈਨੂੰ ਵੱਖਰਾ ਕੀਤਾ, ਮੈਂ ਤੈਨੂੰ ਕੌਮਾਂ ਲਈ ਨਬੀ ਮਿਥਿਆ। ਹਾਲੇਲੂਇਆ, ਹਾਲੇਲੂਇਆ। ਅਗਰ ਜਿੰਨੇ ਕਿ ਮੈਂ ਦੇਖ ਸਕਦਾ, ਪਾਸਟਰ ਬਲਵਿੰਦਰ ਜੀ
ਰਜਨੀ ਰਾਜਕੁਮਾਰ ਜੀ, ਜਿਨ੍ਹਾਂ ਦੀਆਂ ਤਸਵੀਰਾਂ ਮੈਂ ਦੇਖ ਸਕਦਾ ਇਸ ਸਮੇਂ, ਤੇ ਹੋਰ ਵੀ ਰੱਬ ਦੇ ਦਾਸ ਤੇ ਦਾਸੀਆਂ ਨੇ ਆਪਣਾ ਹੱਥ ਖੜਾ ਕਰਕੇ ਆਪਾਂ ਕਹਿ ਸਕਦੇ ਹਾਂ ਹਾਲੇਲੂਇਆ, ਕਿਉਂਕਿ ਖੁਦਾ ਬੜਾ ਹੀ ਪਿਆਰਾ ਤੇ ਭਲਾ ਪਰਮੇਸ਼ਵਰ ਹੈ। ਕਿਉਂਕਿ ਉਹਦੇ ਕਲਾਮ ਦੇ ਵਿੱਚ ਸਾਨੂੰ ਕਿਸੇ ਦੇ ਹਾਲੇਲੂਇਆ। ਚੁਣਾਵ ਦੇ ਬਾਰੇ ਨਹੀਂ, ਬਲਕਿ ਖੁਦਾ ਦੇ ਕਲਾਮ ਨੇ ਸਾਨੂੰ ਦੱਸਿਆ ਹੈ ਕਿ ਸਾਡਾ ਚੁਣਾਵ ਕਰਨ ਵਾਲਾ ਕੋਈ ਯਹੋਵਾ ਹਾਲੇਲੂਇਆ। ਪਰਮੇਸ਼ਵਰ ਹੈ। ਸਾਡਾ ਚੁਣਾਵ ਕਰਨ ਵਾਲਾ ਖੁਦ ਉਹ ਸੈਨਾ ਦਾ ਯਹੋਵਾ ਹੈ ਜੋ ਸਾਨੂੰ ਫਤਹ ਦਿੰਦਾ ਹੈ। ਇਸ ਲਈ ਉਹ ਸਾਨੂੰ ਕਹਿੰਦਾ ਹੈ ਕਿ ਸਾਨੂੰ ਡਰਨ ਦੀ ਜ਼ਰੂਰਤ ਨਹੀਂ, ਤਕੜਾ ਹੋ, ਹੌਸਲਾ ਰੱਖ, ਕਿਉਂਕਿ ਇਹ ਦੇਸ਼ ਮੈਂ ਇਹਨਾਂ ਦੇ ਪਿਓ ਦਾਦਿਆਂ ਨੂੰ ਦੇਣ ਦੀ ਕੀ ਕਰਦੀ ਸੀ, ਸਹੁੰ ਖਾਦੀ ਸੀ। ਹਾਲੇਲੂਇਆ। ਇਹ ਕਾਇਨਾਤ, ਇਹ ਦੁਨੀਆਦਾਰੀ ਸਭ ਪਰਮੇਸ਼ਵਰ ਸਾਨੂੰ ਦਿੱਤੀ ਹੈ ਤੇ ਖੁਦਾਵੰਦ ਸਾਨੂੰ ਕਿਸੇ ਨੇ ਇਹ ਨਹੀਂ ਕਿਹਾ ਜਾਂ ਅਸੀਂ ਪੈਸੇ ਦੇ ਕੇ ਇਹ ਆਪਣੇ ਆਪ ਨੂੰ ਖੁਦਾ ਦੀ ਹਜ਼ੂਰੀ 'ਚ ਪੇਸ਼ ਨਹੀਂ ਕੀਤਾ। ਖੁਦਾਵੰਦ ਦੇ ਅਜ਼ੀਜ਼ੋ, ਜਾਂ ਅਸੀਂ ਪੈਸੇ ਲੈ ਕੇ ਆਪਣੇ ਆਪ ਨੂੰ ਖਿਦਮਤ ਦੇ ਲਈ ਨਹੀਂ ਦੇ ਦਿੱਤਾ, ਬਲਕਿ ਸਾਡੇ ਚੁਣਾਵ ਜੋ ਹੈ ਸਾਡੇ ਯਹੋਵਾ ਪਰਮੇਸ਼ਵਰ ਨੇ ਸਾਡੀ ਕੀਤੀ ਹੈ। ਤਾਂ ਹੀ ਉਹਦੇ ਕਲਾਮ 'ਚ ਲਿਖਿਆ ਕਿ ਮੈਂ ਤੈਨੂੰ ਮਾਂ ਦੇ ਢਿੱਡ ਦੇ ਵਿੱਚੋਂ ਹੀ ਜਾਣ ਲਿਆ ਤੇ ਚੁਣ ਲਿਆ। ਅੱਜ ਜਿਨੇ ਖੁਦਾ ਦੇ ਦਾਸ ਤੇ ਦਾਸੀਆਂ ਨੇ, ਸਾਡੇ ਘਰਦਿਆਂ ਦੀਆਂ ਪ੍ਰੋਬਲਮਸ ਸਾਡੇ ਸਾਹਮਣੇ ਆ ਸਕਦੀਆਂ ਨੇ, ਸਾਡੇ ਆਂਢ ਗੁਆਂਢ ਦੀਆਂ, ਸਾਡੇ ਨਗਰ ਦੀਆਂ, ਸਾਡੇ ਜੋ ਸ਼ਾਸਨ ਨੇ ਉਹਨਾਂ ਦੀਆਂ, ਸਾਡੇ ਜੋ ਹਕੂਮਤਾਂ ਨੇ ਉਹਨਾਂ ਦੀਆਂ, ਪਰ ਸਾਨੂੰ ਡਰਨ ਦੀ ਜ਼ਰੂਰਤ ਨਹੀਂ। ਕਿਉਂ? ਕਿਉਂਕਿ ਤੁਹਾਡਾ ਤੇ ਮੇਰਾ ਚੁਣਾਵ ਸਾਡੇ ਯਹੋਵਾ ਪਰਮੇਸ਼ਵਰ ਨੇ ਉਦੋਂ ਕੀਤਾ ਜਦੋਂ ਸਾਡੀ ਹੋਂਦ ਵੀ ਨਹੀਂ ਸੀ। ਉਸ ਸਮੇਂ ਕਰ ਲਿਆ, ਸਾਨੂੰ ਚੁਣਿਆ, ਤੇ ਉਹਨੂੰ ਪਤਾ ਸੀ ਕਿ ਮੈਂ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਸਤੇਮਾਲ ਕਰਾਂਗਾ। ਭੈਣ ਰਜਨੀ ਨੂੰ ਉਹਨੇ ਉਦੋਂ ਚੁਣਿਆ, ਬੜੀ ਹਿੰਮਤ ਦੇ ਨਾਲ, ਉਹ ਬਹੁਤ ਹੀ ਹਿੰਮਤ ਦੇ ਨਾਲ ਇੱਕ ਅੱਛੇ ਕਾਰਵਾਂ ਨੂੰ ਲੈ ਕੇ ਚੱਲ ਪਏ ਨੇ। ਭਾਈ ਰਾਜਕੁਮਾਰ ਜੀ, ਉਹਨਾਂ ਦੀ ਬੀਤੇ ਦਿਨਾਂ ਦੇ ਵਿੱਚ ਮੈਂ ਇੱਕ ਗਵਾਹੀ ਸੁਣੀ ਤੇ ਸੱਚਮੁੱਚ ਖੁਦਾ ਨੇ ਉਹਨਾਂ ਨੂੰ ਬੜੀ ਬਰਕਤ। ਪਾਸਟਰ, ਜਦੋਂ ਅਸੀਂ ਦੇਖਦੇ ਹਾਂ ਆਪਣੇ ਬਲਵਿੰਦਰ ਪੌਲ ਜੀ, ਤਾਂ ਉਹਨਾਂ ਦੀ ਕਿਆ ਹੀ ਬਾਤ, ਲੇਕਿਨ ਉਹ ਡਰੇ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਸੀ ਮੇਰਾ ਚੁਣਾਵ ਕਰਨ ਵਾਲਾ ਮੇਰਾ ਪਰਮੇਸ਼ਵਰ ਯਹੋਵਾ ਪ੍ਰਭੂ ਯੀਸ਼ੂ ਮਸੀਹ ਹੈ। ਇਸ ਲਈ ਉਹ ਤਕੜੇ, ਉਹ ਨਾ ਖੱਬੇ ਤੇ ਨਾ ਸੱਜੇ ਵੇਖਿਆ, ਬਲਕਿ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚ, ਆਪਣੇ ਮੂੰਹ ਦੇ ਅੱਗੇ, ਆਪਣੀਆਂ ਅੱਖਾਂ ਦੇ ਸਾਹਮਣੇ ਖੁਦਾਵੰਦ ਦੇ ਇਸ ਕਲਾਮ ਨੂੰ ਰੱਖ ਲਿਆ ਤੇ ਉਹਦੇ ਤੇ ਮਨਨ ਕੀਤਾ ਤੇ ਦੇਖ ਲਿਆ ਕਿ ਜਿੱਥੇ ਮੇਰਾ ਪਰਮੇਸ਼ਵਰ ਮੈਨੂੰ ਲੈ ਕੇ ਚੱਲੇਗਾ ਮੈਂ ਉਸ ਜਗ੍ਹਾ ਤੇ ਪਹੁੰਚਣਾ। ਪਰ ਲੋੜ ਹੈ ਅੱਜ ਸਾਨੂੰ ਖੁਦਾਵੰਦ ਦੇ ਅਜ਼ੀਜ਼ੋ, ਇਹਨਾਂ ਮੁਸ਼ਕਲਾਂ, ਇਹਨਾਂ ਮੁਸੀਬਤਾਂ, ਇਹਨਾਂ ਪਰੇਸ਼ਾਨੀਆਂ ਤੋਂ ਬਾਹਰ ਨਿਕਲ ਕੇ ਖੁਦਾ ਦੀ ਚੰਗੀ ਖੇਤੀ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਪੇਸ਼ ਕਰਨ ਦੀ। ਕਿਉਂ? ਕਿਉਂਕਿ ਲਾਸਟ ਪੁਆਇੰਟ ਜਿੱਥੇ ਅਸੀਂ ਜਾ ਕੇ ਸਮਾਪਤ ਕਰਾਂਗੇ, ਅਫਸੀਆਂ ਦੀ ਪੱਤਰੀ ਉਹਦੀ 6 ਦੀ 6 ਸਾਨੂੰ ਇਹ ਦੱਸਦੀ ਹੈ, ਅਤੇ ਮਨੁੱਖਾਂ ਦੇ ਰਜਾਉਣ ਵਾਲਿਆਂ ਵਾਂਗੂ ਵਿਖਾਵੇ ਦੀ ਨੌਕਰੀ ਨਾ, ਸਗੋਂ ਮਸੀਹ ਦੀਆਂ ਦਾਸਾਂ ਵਾਂਗੂ ਜੀ ਲਾ ਕੇ ਪਰਮੇਸ਼ਵਰ ਦੀ ਇੱਛਾ ਪੂਰੀ ਕਰੋ। ਹਾਲੇਲੂਇਆ। ਖੁਦਾ ਦਾ ਕਲਾਮ ਸਾਨੂੰ ਸਪਸ਼ਟ ਕਹਿੰਦਾ ਹੈ ਕਿ ਸਾਨੂੰ ਵਿਖਾਵੇ ਦੀ ਜ਼ਰੂਰਤ ਨਹੀਂ ਹੈ। ਅੱਜ ਜੇ ਸਮਾਜ ਦੇ ਵਿੱਚ ਹਾਂ, 4 ਲੋਕਾਂ ਦੇ ਵਿੱਚ ਸਾਡਾ ਉੱਠਣਾ ਬੈਠਣਾ ਹੋਏਗਾ, ਅਸੀਂ ਉੱਥੇ ਵਿਖਾਵਾ ਨਾ ਕਰੀਏ, ਪਰ ਜੈਸੇ ਵੀ ਹਾਂ ਅਸੀਂ ਆਪਣੇ ਆਪ ਨੂੰ ਇੱਕ ਨੌਕਰ ਦੀ ਤਰ੍ਹਾਂ ਪੇਸ਼ ਕਰੀਏ ਖੁਦਾ ਦੀ ਹਜ਼ੂਰੀ ਦੇ ਵਿੱਚ, ਆਪਣੇ ਆਪ ਨੂੰ ਇੱਕ ਖਿਦਮਤਦਾਰ ਦੀ, ਮਸੀਹ ਦਾ ਜੋ ਕਲਾਮ ਸਾਡੀ ਜ਼ਿੰਦਗੀਆਂ ਵਿੱਚ ਆਉਂਦਾ ਹੈ ਉਸਨੂੰ ਸਮਝਣ ਦੀ ਜ਼ਰੂਰਤ ਹੈ। ਮੇਰੇ ਪਰਮੇਸ਼ਵਰ ਦੇ ਲੋਗੋ, ਘਰ ਦੇ ਵਿੱਚ ਰਹਿੰਦੇ ਹੋਏ ਅਸੀਂ ਆਪਣੇ ਨਾਮ ਦੇ ਨਾਲ ਇੱਕ ਅੱਛਾ ਨੌਕਰ ਕਿਹਾ ਹੈ। तो मेरे परमेश्वर ਦੇ ਲੋਗੋ, ਖੁਦਾ ਤੁਹਾਨੂੰ ਬੜੀ ਬਰਕਤ ਤੇ ਆਸ਼ੀਸ਼ ਦੇਵੇ। ਸਾਨੂੰ ਤਕੜੇ ਹੋਣ ਦੀ ਜ਼ਰੂਰਤ ਹੈ। ਸਾਡੇ ਯਾਰ ਦੋਸਤ ਸਾਡੇ ਖਿਲਾਫ ਹੋ ਸਕਦੇ ਨੇ, ਸਾਡੇ ਜਾਜਕ ਲੋਕ ਸਾਡੇ ਖਿਲਾਫ ਹੋ ਸਕਦੇ ਨੇ, ਸਾਡੀ ਸੇਵਕਾਈ ਦੇ ਸਾਰੇ ਲੋਕ ਸਾਡੇ ਖਿਲਾਫ ਹੋ ਸਕਦੇ ਨੇ, ਔਰ ਰਾਜੇ ਜੋ ਸ਼ਾਸਨ ਹੈ ਇਸ ਸਮੇਂ ਦਾ ਚੱਲਦਾ, ਸਾਨੂੰ RSS BJP ਬਜਰੰਗ ਦਲ ਇਹਨਾਂ ਦੇ ਕੋਲੋਂ ਡਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਸਾਡਾ ਚੁਣਾਵ ਕਿਸੇ ਇਨਸਾਨ ਨੇ ਨਹੀਂ ਬਲਕਿ ਖੁਦ ਯਹੋਵਾ ਪਰਮੇਸ਼ਵਰ ਨੇ ਕੀਤਾ ਹੈ। ਤੇ ਉਹ ਸਾਨੂੰ ਕਹਿੰਦਾ ਹੈ ਕਿ ਨਾ ਡਰ ਨਾ ਘਬਰਾ, ਕਿਉਂਕਿ ਇਹ ਵਿਵਸਥਾ ਦੀ ਪੋਥੀ ਜਦੋਂ ਸਾਡੇ ਮੂੰਹ ਦੇ ਨਾਲ ਲੱਗੀ ਰਹੇਗੀ ਤੇ ਤਾਂ ਸਾਡਾ ਬੋਲਬਾਲਾ ਹੋਏਗਾ। ਅਦਰਵਾਈਜ਼
ਸਿਰਫ ਅਸੀਂ ਦਿਖਾਵੇ ਦੀ ਨੌਕਰੀ ਦੇ ਲਈ ਆਪਣੇ ਆਪ ਨੂੰ ਪੇਸ਼ ਕਰ ਰਹੇ ਹਾਂ। ਹਾਲੇਲੂਇਆ। ਸਾਡੇ ਕਬੀਲੇ ਦੇ ਲੋਕ ਹੋ ਸਕਦੇ ਨੇ ਤੇ ਸਾਡੇ ਘਰ ਦੇ ਲੋਕ ਤਾਂ ਸਭ ਤੋਂ ਪਹਿਲ ਦੇ ਵਿੱਚ ਸਾਡੇ ਮੁਖਾਲਫਤ ਕਰ ਸਕਦੇ ਨੇ। ਸੋ ਸਾਨੂੰ ਡਰਨ ਦੀ ਲੋੜ ਨਹੀਂ, ਸਾਨੂੰ ਹਮੇਸ਼ਾ ਅੱਗੇ ਵਧਣ ਦੀ ਜ਼ਰੂਰਤ ਹੈ। ਔਰ ਖੁਦਾ ਆਪ ਜੀ ਨੂੰ ਬੜੀ ਬਰਕਤ ਤੇ ਆਸ਼ੀਸ਼ ਦੇਵੇ। ਅੱਜ ਦੇ ਦਿਨ ਮੈਂ ਆਪਣਾ ਤੁਹਾਡੇ ਨਾਲ ਜੋ ਸਮਾਂ ਸਪੈਂਡ ਕਰਨਾ ਸੀ 26 ਤਰੀਕ ਲੈ ਕੇ ਬੈਠਾ ਹੀ, ਜਿਵੇਂ ਸ਼ੁਰੂਆਤ ਦੇ ਵਿੱਚ ਕਿਹਾ, ਬ੍ਰਦਰ ਬਖਸ਼ੀਸ਼ ਜੀ ਨੇ ਅਚਾਨਕ ਕਾਲ ਕੀਤੀ, ਲੇਕਿਨ ਪਰਮੇਸ਼ਵਰ ਨੇ ਕਿਹਾ ਕਿ ਤੈਨੂੰ ਤਕੜਾ ਹੋਣ ਦੀ ਜ਼ਰੂਰਤ ਹੈ, ਤੈਨੂੰ ਹਿੰਮਤ ਰੱਖਣ ਦੀ ਜ਼ਰੂਰਤ ਹੈ, ਤੈਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਮੇਰਾ ਯਹੋਵਾ ਪਰਮੇਸ਼ਵਰ ਮੇਰੇ ਸਾਥ ਸੀ ਤਾਂ ਮੈਂ ਤੁਹਾਡੇ ਨਾਲ 4 ਗੱਲਾਂ ਕਰ ਸਕਿਆ। ਮੇਰੇ ਖੁਦਾਵੰਦ ਦੇ ਅਜ਼ੀਜ਼ੋ, ਇਸੇ ਤਰ੍ਹਾਂ ਸਾਨੂੰ ਹਿੰਮਤ ਬਣ ਕੇ ਅੱਗੇ ਵਧਣ ਦੀ ਜ਼ਰੂਰਤ ਹੈ। ਸੋ ਖੁਦਾ ਇਸ ਕਲਾਮ ਦੇ ਦੁਆਰਾ ਆਪ ਸਭ ਨੂੰ ਬੜੀ ਬਰਕਤ ਤੇ ਆਸ਼ੀਸ਼ ਦੇਵੇ। ਮੇਰੇ ਕੋਲੋਂ ਕੋਈ ਵੱਧ ਘੱਟ ਬੋਲਿਆ ਗਿਆ ਸ਼ਬਦ ਆਪ ਮੈਨੂੰ ਮਾਫ ਕਰਨਾ, ਤੇ ਖੁਦਾ ਤੁਹਾਡੀਆਂ ਮਿਨਿਸਟਰੀਆਂ ਨੂੰ, ਤੁਹਾਡੇ ਕਾਰੋਬਾਰ ਨੂੰ, ਤੁਹਾਡੇ ਘਰਾਣੇ ਨੂੰ ਹਮੇਸ਼ਾ ਅੱਗੇ ਤੋਂ ਅੱਗੇ ਵਧਾਉਂਦਾ ਚਲਾ ਜਾਏਗਾ। ਸਭ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਜੈ ਮਸੀਹ ਦੀ।